ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਵਾਗਤ ਹੈ ਜੀ ਤੁਹਾਡਾ ਸਾਰੇ ਵੀਰਾਂ ਭੈਣਾਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਜੀ ਨੂੰ ਪਤਾ ਹੈ, ਕੁਝ ਦਿਨ ਤੋਂ ਅਸੀਂ ਮਾਝ ਕੀ ਵਾਰ ਦੀ ਵਿਚਾਰ ਆਰੰਭ ਕੀਤੀ ਹੈ। ਉਹ ਪਾਵਨ ਬਾਣੀ ਦੀ ਵਿਚਾਰ ਕਰਕੇ ਅਸੀਂ ਜੀਵਨ ਜੁਗਤ ਸਿੱਖਣ ਦਾ ਯਤਨ ਕਰ ਰਹੇ ਹਾਂ। ਕੱਲ ਤੱਕ ਅਸੀਂ 6 ਪੌੜੀਆਂ ਦੀ ਵਿਚਾਰ ਜਿਹੜੀ ਹੈ ਉਹ ਸਾਂਝੀ ਕਰ ਚੁੱਕੇ ਹਾਂ। ਅੱਜ 7ਵੀਂ ਪੌੜੀ ਦੀ ਵਿਚਾਰ ਆਰੰਭ ਕਰਾਂਗੇ। ਇਸ ਦੇ ਨਾਲ ਸਭ ਤੋਂ ਪਹਿਲਾ ਸ਼ਲੋਕ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਹੈ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 140 ਤੇ ਅੰਕਿਤ। ਮਿਹਰ ਮਸੀਤ ਸਿਦਕ ਮੁਸੱਲਾ। ਇਸ ਨੂੰ ਮੁਸਲਾ ਨਹੀਂ ਪੜਨਾ, ਸੱਸੇ ਤੇ ਅੱਧਕ ਲਗਾ ਕੇ ਪੜਨਾ ਹੈ ਮੁਸੱਲਾ। ਹੱਕ ਹਲਾਲ ਕੁਰਾਨ। ਮੁਸੱਲਾ ਕਹਿੰਦੇ ਨੇ ਉਹ ਆਸਣ, ਉਹ ਕੱਪੜਾ ਜਿਹੜਾ ਮੁਸਲਮਾਨ ਵੀਰ ਨਮਾਜ਼ ਪੜਨ ਤੋਂ ਪਹਿਲਾਂ ਥੱਲੇ ਵਿਛਾਉਂਦੇ ਨੇ। ਮਿਹਰ ਦਾ ਮਤਲਬ ਮਿਹਰ ਕਰਨੀ, ਮਸੀਤ ਸਮਝਦੇ ਹੋ। ਸਿਦਕ ਦਾ ਮਤਲਬ ਵਿਸ਼ਵਾਸ। ਹੱਕ ਹਲਾਲ ਦਾ ਮਤਲਬ ਜੋ ਸੱਚ ਦੀ ਕਮਾਈ ਹੈ, ਜਾਇਜ਼ ਕਮਾਈ ਹੈ, ਜਿਹੜੀ 10 ਨਵਾਂ ਦੀ ਧਰਮ ਦੀ ਕਿਰਤ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਲੋਕਾਂ ਦੇ ਉੱਤੇ ਤਰਸ ਦੀ ਮਸੀਤ ਬਣਾਓ। ਮੁਸਲਮਾਨ ਵੀਰ ਦੇ ਨਾਲ ਗੱਲ ਹੋ ਰਹੀ ਹੈ, ਕਿਉਂਕਿ ਆਮ ਲੋਕ ਆਪਣੇ ਆਪਣੇ ਧਰਮ ਸਥਾਨਾਂ ਵਿੱਚ ਜਾਂਦੇ ਨੇ, ਧਰਮ ਸਥਾਨਾਂ ਵਿੱਚ ਆਪਣੇ ਧਰਮ ਦੇ ਨਿਯਮਾਂ ਮੁਤਾਬਕ ਪੂਜਾ ਪਾਠ ਕਰਦੇ ਨੇ, ਔਰ ਫਿਰ ਜਿਹੜੀ ਜ਼ਿੰਦਗੀ ਹੈ ਉਹ ਆਮ ਲੋਕਾਂ ਦੀ ਤਰ੍ਹਾਂ ਹੀ ਜੀਂਦੇ ਨੇ। ਯਾਨੀ ਕਈਆਂ ਦੇ ਵਿੱਚ, ਬਹੁਤਿਆਂ ਵਿੱਚ, ਇਹ ਨਹੀਂ ਕਿ ਸਾਰੇ, ਬਹੁਤੇ ਲੋਕ ਨੇ ਧਰਮ ਸਥਾਨਾਂ ਵਿੱਚ ਵੀ ਜਾਂਦੇ ਨੇ, ਪਾਠ ਪੂਜਾ ਵੀ ਕਰਦੇ ਨੇ, ਲੇਕਿਨ ਝੂਠ ਵੀ ਬੋਲਦੇ ਨੇ। ਉਹਨਾਂ ਅੰਦਰ ਈਰਖਾ ਵੀ ਹੈ, ਜਾਤੀਵਾਦ ਵੀ ਮੰਨ ਰਹੇ ਨੇ, ਔਰ ਹਰਾਮ ਵੀ ਖਾ ਰਹੇ ਨੇ, ਯਾਨੀ ਕਿਰਤ ਵੀ ਉਹਨਾਂ ਦੀ ਚੰਗੀ ਨਹੀਂ ਹੈ, ਤੇ ਪਾਠ ਪੂਜਾ ਵੀ ਕਰੀ ਜਾਂਦੇ। ਗੁਰੂ ਜੀ ਇੱਥੇ ਹੁਣ ਉਹਨਾਂ ਚੀਜ਼ਾਂ ਦਾ ਖੰਡਨ ਕਰ ਰਹੇ ਨੇ, ਔਰ ਸਾਨੂੰ ਸਮਝਾ ਰਹੇ ਨੇ ਕਿ ਅਸਲ ਦੇ ਅੰਦਰ ਬੰਦੇ ਨੂੰ ਕਰਨਾ ਕੀ ਚਾਹੀਦਾ, ਜ਼ਿੰਦਗੀ ਕਿਵੇਂ ਜੀਣੀ ਚਾਹੀਦੀ ਹੈ। ਤਾਂ ਮੁਸਲਮਾਨ ਵੀਰ ਦੇ ਨਾਲ ਗੱਲ ਹੋ ਰਹੀ, ਕਹਿੰਦੇ ਮਿਹਰ ਮਸੀਤ। ਮਿਹਰ ਦਾ ਮਤਲਬ ਤਰਸ। ਲੋਕਾਂ ਦੇ ਉੱਤੇ ਤਰਸ ਕਰਨ ਨੂੰ ਮਸੀਤ ਬਣਾਓ। ਜੇ ਜੀਵਨ ਨੂੰ ਸਫਲ ਕਰਨਾ ਚਾਹੁੰਦੇ ਹੋ, ਜੇ ਜ਼ਿੰਦਗੀ ਅੰਦਰ ਖੁਸ਼ੀ ਹਾਸਲ ਕਰਨੀ ਹੈ, ਰੱਬ ਦੀ ਖੁਸ਼ੀ ਪ੍ਰਾਪਤ ਕਰਨੀ ਹੈ, ਤਾਂ ਦੂਜਿਆਂ ਦੇ ਉੱਤੇ ਤਰਸ ਕਰੋ, ਦਇਆ ਕਰੋ, ਸੇਵਾ ਭਾਵ ਆਪਣੇ ਅੰਦਰ ਪੈਦਾ ਕਰੋ, ਪਿਆਰ ਭਾਵ ਪੈਦਾ ਕਰੋ। ਸਿਦਕ ਮੁਸੱਲਾ, ਤੇ ਜੋ ਥੱਲੇ ਕੱਪੜਾ ਵਿਛਾ ਕੇ ਤੁਸੀਂ ਨਮਾਜ਼ ਪੜ੍ਹਦੇ ਹੋ, ਸਿਦਕ ਦਾ ਮੁਸੱਲਾ, ਸ਼ਰਧਾ ਦਾ, ਵਿਸ਼ਵਾਸ ਦਾ, ਸੱਚ ਦੇ ਉੱਤੇ ਵਿਸ਼ਵਾਸ, ਰੱਬ ਦੇ ਉੱਤੇ ਵਿਸ਼ਵਾਸ। ਹੱਕ ਹਲਾਲ ਕੁਰਾਨ, ਤੇ ਜੋ ਹੱਕ ਦੀ ਕਮਾਈ ਹੈ ਇਸ ਨੂੰ ਕੁਰਾਨ ਬਣਾਓ। ਯਾਨੀ ਜੇ ਮਸੀਤ ਵਿੱਚ ਜਾ ਰਹੇ ਹੋ, ਤਾਂ ਮਸੀਤ ਵਿੱਚ ਜਾਣ ਦਾ ਲਾਭ ਤਾਂ ਹੈ ਜੇਕਰ ਤੁਹਾਡੀ ਜ਼ਿੰਦਗੀ ਵਿੱਚ ਤਰਸ ਹੈ, ਦੂਜਿਆਂ ਦੇ ਉੱਤੇ ਤਰਸ ਕਰਦੇ ਹੋ, ਸੇਵਾ ਕਰਦੇ ਹੋ, ਦਇਆ ਭਾਵ ਹੈ। ਮੁਸੱਲਾ ਜਿਹੜਾ ਹੈ ਵਿਛਾ ਰਹੇ ਹੋ, ਤਾਂ ਮੁਸੱਲਾ ਵਿਛਾ ਕੇ ਪੜਨ ਦਾ ਲਾਭ ਹੈ ਜੇ ਵਿਸ਼ਵਾਸ ਹੈ ਖੁਦਾ ਦੇ ਉੱਤੇ, ਔਰ ਕੁਰਾਨ ਪੜ ਰਹੇ ਹੋ ਤਾਂ ਹੈ ਕਿ ਜੇ ਨੇਕ ਕਮਾਈ ਵੀ ਹੋਵੇ। ਤੇ ਇਹ ਮੁਸਲਮਾਨ ਦੇ ਨਾਲ ਗੱਲ ਹੋ ਰਹੀ ਹੈ, ਇਸ ਕਰਕੇ ਉਹਨਾਂ ਦੇ ਇਹ ਸ਼ਬਦਾਵਲੀ ਵਰਤੀ ਹੈ। ਬਾਕੀ ਇਹ ਉਪਦੇਸ਼ ਸਾਰਿਆਂ ਵਾਸਤੇ ਸਾਂਝਾ ਹੈ, ਮੰਦਿਰ ਜਾਣ ਵਾਲਿਆਂ ਵਾਸਤੇ ਵੀ, ਔਰ ਗੁਰਦੁਆਰੇ ਤੇ ਚਰਚ ਜਾਣ ਵਾਲਿਆਂ ਵਾਸਤੇ ਵੀ, ਹੋਰ ਆਪਣੇ ਆਪਣੇ ਧਰਮ ਸਥਾਨਾਂ ਤੇ ਜਾਣ ਵਾਲਿਆਂ ਵਾਸਤੇ ਵੀ। ਇਹ ਹਰ ਇੱਕ ਵਾਸਤੇ ਸਾਂਝਾ ਉਪਦੇਸ਼ ਹੈ। ਜੇਕਰ ਇਹ ਗੁਣ ਨਹੀਂ ਹਨ, ਤਾਂ ਫਿਰ ਧਰਮ ਸਥਾਨਾਂ ਵਿੱਚ ਜਾਣਾ ਔਰ ਧਰਮ ਗ੍ਰੰਥਾਂ ਨੂੰ ਪੜ੍ਹਨਾ ਵਿਅਰਥ ਹੋ ਜਾਏ। ਸਰਮ ਸੁਨਨਤ ਸ਼ੀਲ ਰੋਜਾ ਹੋ ਮੁਸਲਮਾਨ। ਸ਼ਰਮ ਦਾ ਮਤਲਬ ਇੱਥੇ ਹੈਗਾ ਸ਼ਰਮ। ਇਹਨੂੰ ਸ਼ਰਮ ਪੜਨਾ ਹੈ, ਸੱਸੇ ਥੱਲੇ ਬਿੰਦੀ ਲਾ ਕੇ ਸ਼ਰਮ। ਸ਼ਰਮ ਸੁਨਨਤ, ਸੀਲ ਰੋਜਾ ਹੋ ਮੁਸਲਮਾਨ। ਸ਼ਰਮ ਦਾ ਮਤਲਬ ਸ਼ਰਮ ਕਰਨੀ, ਹਯਾ ਕਰਨੀ, ਸੰਗਣਾ। ਜਿਵੇਂ ਅਸੀਂ ਕਹਿੰਦੇ ਨਾ ਸ਼ਰਮ ਕਰ, ਇਹ ਬੜਾ ਸ਼ਰਮਾਊ ਹੈ ਜਾਂ ਬੜਾ ਸੰਗਦਾ ਹੈ। ਤੇ ਸੰਗਦਾ ਅਸੀਂ ਉਹਨੂੰ ਕਹਿੰਦੇ ਹਾਂ ਜਿਹੜਾ ਕਿਸੇ ਦੇ ਨਾਲ ਨਾ ਗੱਲਬਾਤ ਨਾ ਕਰਨਾ ਚਾਹੇ, ਉਹਨੂੰ ਕਹਿੰਦੇ ਨੇ ਸੰਗਣਾ। ਤਾਂ ਗੁਰੂ ਜੀ ਕਹਿੰਦੇ ਨੇ ਵਿਕਾਰਾਂ ਵੱਲੋਂ ਝਕੋ, ਵਿਕਾਰਾਂ ਵੱਲੋਂ ਸੰਗੋ, ਵਿਕਾਰ ਕਰਨ ਤੋਂ ਸ਼ਰਮ ਕਰੋ। ਆਪਣੀ ਜ਼ਿੰਦਗੀ ਦੇ ਅੰਦਰ ਇਹ ਪੈਦਾ ਕਰੋ, ਸ਼ਰਮ ਸੁਨਨਤ। ਜੋ ਤੁਸੀਂ ਸੁਨਨਤ ਕਰਾ ਰਹੇ ਹੋ, ਸ਼ਰਮ ਦੀ ਸੁਨਨਤ।
ਜੇ ਸੁਨਨਤ ਕਰਾਈ ਹੈ ਤਾਂ ਜ਼ਿੰਦਗੀ ਦੇ ਅੰਦਰ ਸ਼ਰਮ ਵੀ ਹੋਵੇ, ਝਾਕਾ ਹੋਵੇ, ਵਿਕਾਰਾਂ ਵੱਲ ਨਾ ਤੁਹਾਡਾ ਧਿਆਨ ਜਾਏ। ਸੀਲ ਰੋਜ਼ਾ, ਸੀਲ ਦਾ ਮਤਲਬ ਚੰਗਾ ਸੁਭਾਅ, ਸ਼ਾਲੀਨਤਾ ਹੋਵੇ, ਸਹਿਨਸ਼ੀਲਤਾ ਹੋਵੇ, ਮਿੱਠੀ ਬੋਲੀ ਹੋਵੇ, ਪਿਆਰਾ ਮਿਲਵਰਤਨ ਹੋਵੇ ਔਰ ਚੰਗਾ ਸੁਭਾਅ ਹੋਵੇ, ਇਹਨੂੰ ਆਪਣਾ ਰੋਜ਼ਾ ਬਣਾਓ। ਯਾਨੀ ਜੇ ਰੋਜ਼ਾ ਰੱਖ ਰਹੇ ਹੋ ਤਾਂ ਰੋਜ਼ਾ ਰੱਖਿਆ ਤਾਂ ਸਫਲਾ ਹੈ ਜੇਕਰ ਸੁਭਾਅ ਚੰਗਾ ਹੈ। ਉਹ ਮੁਸਲਮਾਨ, ਗੁਰੂ ਜੀ ਕਹਿੰਦੇ ਨੇ ਫਿਰ ਤੁਸੀਂ ਮੁਸਲਮਾਨ ਬਣੋ, ਫਿਰ ਮੁਸਲਮਾਨ ਅਖਵਾਨ ਦੇ ਹੱਕਦਾਰ ਹੋ। ਤੇ ਜੇ ਇਹ ਗੁਣ ਨਹੀਂ ਹਨ ਤਾਂ ਫਿਰ ਮੁਸਲਮਾਨ ਤਾਂ ਨਾ ਹੋਏ, ਫਿਰ ਤਾਂ ਨਾਮ ਤਰੀਕ ਹੋਏ, ਨਾਮ ਰਖਾ ਲਿਆ ਲੇਕਿਨ ਅਸਲ ਮੁਸਲਮਾਨ ਤਾਂ ਨਾ ਹੋਇਆ। ਅਸਲ ਮੁਸਲਮਾਨ ਧਰਮੀ ਤੁਸੀਂ ਤਾਂ ਹੋ ਜੇ ਇਹਨਾਂ ਗੁਣਾਂ ਦੇ ਧਾਰਨੀ। ਤੇ ਯਾਦ ਰੱਖਣਾ ਇਹ ਗੁਣ ਸਰਬ ਸਾਂਝੇ ਨੇ। ਧਰਮੀ ਇਨਸਾਨ ਤਾਂ ਹੀ ਕੋਈ ਹੋ ਸਕਦਾ ਹੈ ਜੇ ਇਹਨਾਂ ਗੁਣਾਂ ਦਾ ਧਾਰਨੀ ਹੈ। ਜੇ ਇਹ ਗੁਣ ਨਹੀਂ ਹਨ ਤਾਂ ਉਹ ਧਰਮੀ ਨਹੀਂ ਹੈ। ਕਰਨੀ ਕਾਬਾ, ਸੱਚ ਪੀਰ, ਕਲਮਾ ਕਰਮ ਨਿਵਾਜ। ਕਰਨੀ ਕਾਬਾ ਤੇ ਥੋੜਾ ਜਿਹਾ ਰੁਕਣਾ ਹੈ ਤੇ ਸੱਚ ਪੀਰ ਤੇ ਜਾ ਕੇ ਫਿਰ ਵਿਸ਼ਰਾਮ ਲਗਾਣਾ ਹੈ। ਕਰਨੀ ਕਾਬਾ ਤੇ ਇਹਨੂੰ ਕਰਨੀ ਨਹੀਂ ਪੜਨਾ, ਅਨਾਣਾ ਬੁਲਾਣਾ ਹੈ। ਨੰਨੇ ਉਰਨਾਣੇ ਦਾ ਖਾਸ ਖਿਆਲ ਰੱਖਣਾ ਹੈ। ਕਰਨੀ ਕਾਬਾ, ਸੱਚ ਪੀਰ, ਕਲਮਾ ਕਰਮ ਨਿਵਾਜ। ਕਰਨੀ ਕਾਬਾ, ਕਰਨੀ ਦਾ ਮਤਲਬ ਜੋ ਉੱਚਾ ਆਚਰਣ ਹੈ। ਕਰਮ ਦਾ ਮਤਲਬ ਨੇਕ ਅਮਲ। ਕਾਬਾ ਦਾ ਮਤਲਬ ਮੱਕੇ ਸ਼ਹਿਰ ਦੇ ਅੰਦਰ ਉਹ ਸਥਾਨ ਜਿੱਥੇ ਮੁਸਲਮਾਨ ਵੀ ਆਪਣਾ ਦਰਸ਼ਨ ਪਰਸ਼ਨ ਕਰਨ ਜਾਂਦੇ ਨੇ ਔਰ ਜਿੱਥੇ ਉਹ ਹਜ ਕਰਨ ਜਾਂਦੇ ਨੇ। ਤਾਂ ਗੁਰੂ ਜੀ ਕਹਿੰਦੇ ਨੇ ਉੱਚਾ ਆਚਰਣ ਕਾਬਾ ਹੋਵੇ। ਕਰਨੀ ਕਾਬਾ, ਉੱਚਾ ਆਚਰਣ, ਚੰਗੀ ਕਰਨੀ। ਜੇ ਤੁਸੀਂ ਕਾਬੇ ਜਾ ਰਹੇ ਹੋ, ਹਜ ਕਰਨ ਜਾ ਰਹੇ ਹੋ, ਹਜ ਕੀਤਾ ਹੈ ਤਾਂ ਹਾਜੀ ਦਾ ਮਤਲਬ ਇਹ ਹੈ ਕਿ ਉਹਦੀ ਕਰਨੀ ਬੜੀ ਉੱਚੀ ਹੋਵੇ, ਨੇਕ ਅਮਾਲ ਹੋਣ। ਜੇ ਅਮਾਲ ਨੇਕ ਨਹੀਂ, ਕਰਮ ਨੇਕ ਨਹੀਂ, ਵਿਵਹਾਰ ਚੰਗਾ ਨਹੀਂ, ਜੇ ਉਹੀ ਮਾੜੇ ਕਰਮ ਆਮ ਬੰਦਾ ਕਰ ਰਿਹਾ ਹੈ ਤੇ ਉਹੀ ਕਾਬੇ ਜਾਣ ਵਾਲਾ ਕਰ ਰਿਹਾ ਤੇ ਫਰਕ ਕੀ ਹੋਇਆ? ਔਰ ਇਹ ਕਾਨੂੰਨ, ਇਹ ਜਿਹੜਾ ਸਿਧਾਂਤ ਹੈ ਸਿੱਖਾਂ ਤੇ ਵੀ ਲਾਗੂ ਹੁੰਦਾ, ਮੁਸਲਮਾਨਾਂ ਤੇ ਵੀ ਔਰ ਹਿੰਦੂਆਂ ਤੇ ਵੀ। ਜੇ ਤੁਸੀਂ ਆਪਣੇ ਤੀਰਥਾਂ ਤੇ ਜਾ ਰਹੇ ਹੋ, ਤੀਰਥਾਂ ਤੇ ਜਾ ਕੇ ਨਹਾਏ, ਮੱਥਾ ਟੇਕ ਆਏ, ਪੂਜਾ ਪਾਠ ਕਰ ਆਏ, ਲੇਕਿਨ ਕਰਨੀ ਦੇ ਅੰਦਰ ਕੋਈ ਬਦਲਾਵ ਨਹੀਂ ਆਇਆ, ਵਿਵਹਾਰ ਦੇ ਅੰਦਰ ਕੋਈ ਬਦਲਾਵ ਨਹੀਂ ਆਇਆ, ਉਸੇ ਤਰ੍ਹਾਂ ਜਾਤੀਵਾਦ ਨੂੰ ਮੰਨ ਰਹੇ ਹੋ, ਉਸੇ ਤਰ੍ਹਾਂ ਈਰਖਾ, ਦਵੈਸ਼, ਵਿਰੋਧ, ਵੈਰ ਵਿਰੋਧ ਹੈ, ਤਾਂ ਨਹਾਉਣ ਦਾ, ਤੀਰਥਾਂ ਤੇ ਜਾਣ ਦਾ, ਹਜ ਕਾਬੇ ਜਾਣ ਦਾ ਫਾਇਦਾ ਕੀ ਹੋਇਆ? ਕਰਨੀ ਕਾਬਾ, ਸੱਚ ਪੀਰ। ਪੀਰ ਜਿਸ ਨੂੰ ਆਮ ਲੋਕ ਪੀਰ ਮੰਨਦੇ ਨੇ, ਪੂਜਨੀਕ ਬੰਦਾ, ਵੀ ਇਹ ਸਾਡਾ ਪੂਜਨੀਕ ਹੈ, ਮੰਨਦੇ ਨੇ। ਜਿਵੇਂ ਕੋਈ ਲੋਕ ਕਿਸੇ ਬਾਬੇ ਨੂੰ ਮੰਨ ਲਿਆ, ਕਿਸੇ ਨੂੰ ਆਪਣੇ ਮੁਸਲਮਾਨ ਵੀਰ ਜਿਹੜੇ ਨੇ ਪੀਰਾਂ ਨੂੰ ਮੰਨਦੇ ਨੇ, ਉਹਨਾਂ ਦੇ ਪੀਰ ਨੇ। ਪੀਰਾਂ ਦਾ ਮਤਲਬ ਇਹ ਨਹੀਂ ਕਿ ਜਿਹੜੇ ਆ ਪੀਰਾਂ ਦੀਆਂ ਕਬਰਾਂ ਨੇ। ਪੀਰ ਦਾ ਮਤਲਬ ਹੈਗਾ ਉਹਨਾਂ ਦਾ ਪੂਜਨੀਕ, ਕੋਈ ਇਨਸਾਨ ਜਿਹੜਾ ਚੰਗੇ ਕਰਮ ਕਰਨ ਵਾਲਾ ਹੈ, ਅੰਦਰੋਂ ਬਾਹਰੋਂ ਇੱਕੋ ਜਿਹਾ ਰਹਿਣਾ, ਇਹ ਪੀਰ ਹੋਣਾ ਚਾਹੀਦਾ। ਸੱਚ, ਸੱਚ ਨੂੰ ਪੀਰ ਬਣਾਓ, ਅੰਦਰੋਂ ਬਾਹਰੋਂ ਇੱਕ ਹੋਵੋ। ਤੇ ਜੇ ਕਿਸੇ ਪੀਰ ਨੂੰ ਤੇ ਮੱਥਾ ਟੇਕ ਲਿਆ ਲੇਕਿਨ ਅੰਦਰ ਸੱਚ ਨਹੀਂ ਹੈ, ਬੋਲ ਸੱਚੇ ਨਹੀਂ, ਵਿਹਾਰ ਚੰਗਾ ਨਹੀਂ, ਤਾਂ ਫਿਰ ਗੜਬੜ ਹੋ ਗਈ ਨਾ। ਕਲਮਾ ਕਰਮ ਨਿਵਾਜ, ਕਰਮ ਚੰਗੇ ਕੰਮ ਕਰਨੇ, ਇਹਨੂੰ ਕਲਮਾ ਬਣਾਓ ਤੇ ਇਹਨੂੰ ਨਮਾਜ਼ ਬਣਾਓ। ਯਾਨੀ ਜੇ ਤੁਸੀਂ ਕਾਬੇ ਜਾ ਰਹੇ ਹੋ, ਪੀਰ ਨੂੰ ਮੰਨ ਰਹੇ ਹੋ, ਨਮਾਜ਼ ਪੜ੍ਹ ਰਹੇ ਹੋ, ਪਰ ਜੇ ਕਰਨੀ ਚੰਗੀ ਨਹੀਂ, ਜ਼ਿੰਦਗੀ ਵਿੱਚ ਸਚਾਈ ਨਹੀਂ ਹੈ, ਆਚਰਣ ਚੰਗਾ ਨਹੀਂ ਹੈ, ਮਿਲਵਰਤਨ ਚੰਗਾ ਨਹੀਂ ਹੈ, ਤਾਂ ਫਿਰ ਇਹ ਤੇ ਕਰਮ ਸਾਰੇ ਵਿਖਾਵੇ ਦੇ ਹੋ ਗਏ ਨਾ, ਇੱਕ ਧੋਖਾ ਹੋ ਗਿਆ ਨਾ, ਆਪਣੇ ਆਪ ਨਾਲ ਵੀ, ਰੱਬ ਨਾਲ ਵੀ ਤੇ ਲੋਕਾਂ ਦੇ ਨਾਲ। ਤਸਬੀ ਸਾਹ ਤਿਸ ਭਾਵ ਸੀ, ਨਾਨਕ ਰੱਖੈ ਲਾਜ। ਸਾਹ ਤੇ ਜਾ ਕੇ ਵਿਸਰਾਮ ਲਗਾਣਾ ਹੈ। ਤਸਬੀ ਸਾਹ, ਸਾਹ ਦਾ ਮਤਲਬ ਉਹ। ਤਿਸ ਭਾਵ ਸੀ, ਤਿਸ ਭਾਵ ਸੀ ਦਾ ਮਤਲਬ ਜੋ ਰੱਬ ਨੂੰ ਭਾ ਜਾਣਾ ਹੈ, ਰਜਾ ਵਿੱਚ ਰਹਿਣਾ ਹੈ। ਤੇ ਤਸਬੀਹ ਦਾ ਮਤਲਬ ਹੈ ਮਾਲਾ, ਜੋ ਮੁਸਲਮਾਨ ਫੇਰਦੇ ਨੇ ਉਸਨੂੰ ਉਹ ਤਸਬੀਹ ਕਹਿੰਦੇ ਨੇ। ਹਿੰਦੂ ਵੀਰ ਮਾਲਾ ਕਹਿੰਦੇ ਨੇ, ਹਿੰਦੂ ਵੀਰ ਮਾਲਾ ਫੇਰਦੇ ਨੇ, ਮੁਸਲਮਾਨ ਵੀਰ ਤਸਬੀਹ ਫੇਰਦੇ ਨੇ ਬਹੁਤੇ। ਤੇ ਸਿੱਖ ਜਿਹੜਾ ਹੈ ਉਹ ਮਾਲਾ ਔਰ ਤਸਬੀਹ ਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ। ਤਾਂ ਤਸਬੀਹ ਸਾਹ ਤਿਸ ਭਾਵ ਸੀ, ਜੋ ਉਸ ਰੱਬ ਨੂੰ ਭਾ ਜਾਏ, ਉਸ ਗੱਲ ਨੂੰ ਸਿਰ ਮੱਥੇ ਦੇ ਉੱਤੇ ਮੰਨਣਾ ਹੀ ਤਸਬੀਹ ਹੈ। ਕਬੀਰ ਜੀ ਕਹਿੰਦੇ ਨਾ, ਹਰ ਹਰ ਅੱਖਰ ਦੋਇ ਇਹ ਮਾਲਾ।
ਨਾ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ, ਕਿ ਰਸਨਾ ਦੇ ਉੱਤੇ ਜੋ ਪ੍ਰਭੂ ਦਾ ਨਾਮ ਹੈ, ਰੱਬੀ ਗੁਣ ਨੇ, ਉਹੀ ਮੇਰੀ ਸਿਮਰਨੀ ਹੈ, ਉਹੀ ਮੇਰੀ ਮਾਲਾ ਹੈ। ਮੈਂ ਮਾਲਾ ਨੂੰ ਨਹੀਂ ਫੇਰਦਾ। ਕਬੀਰ ਜੀ ਨੇ ਮਾਲਾ ਦਾ ਖੰਡਨ ਕੀਤਾ ਹੈ। ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵੇਂ ਲੋਏ, ਹਿਰਦੇ ਰਾਮ ਨਾ ਚੇਤਹੀ ਇਹ ਜਪਨੀ ਕਿਆ ਹੋਏ। ਕਿ ਲੱਕੜ ਦੀ ਮਾਲਾ ਫੜ ਕੇ ਫੇਰੀ ਜਾ ਰਹੇ ਆ, ਪਰ ਮੈਂਟੈਲਿਟੀ ਦੇ ਅੰਦਰ, ਸੋਚ ਦੇ ਅੰਦਰ ਰੱਬੀ ਗੁਣ ਨਹੀਂ, ਤਾਂ ਇਹ ਮਾਲਾ ਦਾ ਕੀ ਫਾਇਦਾ ਹੈ? ਮਾਲਾ ਫੇਰਨ ਦਾ ਕੋਈ ਲਾਭ ਹੈ? ਇਸ ਲਈ ਗੁਰੂ ਜੀ ਕਹਿੰਦੇ ਨੇ, ਰੱਬ ਨੂੰ ਜੋ ਚੀਜ਼ ਭਾਉਂਦੀ ਹੈ, ਉਸ ਰੱਬ ਦੇ ਭਾਣੇ ਨੂੰ ਸਿਰ ਮੱਥੇ ਤੇ ਮੰਨਣਾ, ਜੋ ਲਾ ਆਫ ਨੇਚਰ ਹੈ, ਜੋ ਕੁਦਰਤੀ ਨੇਮ ਨੇ, ਇਹਨਾਂ ਚੀਜ਼ਾਂ ਨੂੰ ਸਮਝ ਕੇ ਜ਼ਿੰਦਗੀ ਬਣਾਣੀ, ਜੀਵਨ ਦੇ ਅੰਦਰ ਉਹਨਾਂ ਨੂੰ ਲਾਗੂ ਕਰਨ ਦੀ ਮਾਲਾ ਹੋਣੀ ਚਾਹੀਦੀ ਹੈ। ਨਾਨਕ ਰੱਖੇ ਲਾਜ, ਐਸੇ ਇਨਸਾਨ ਦੀ ਫਿਰ ਖੁਦਾ ਲਾਜ ਰੱਖਦਾ ਹੈ, ਰੱਬ ਲਾਜ ਰੱਖਦਾ ਹੈ, ਵਾਹਿਗੁਰੂ ਲਾਜ ਰੱਖਦਾ ਹੈ। ਉਹਨੂੰ ਫਿਰ ਦੁਨੀਆ ਦੇ ਅੰਦਰ ਮਾਣ, ਆਦਰ ਔਰ ਸਤਕਾਰ ਮਿਲ ਸਕਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਇੱਥੇ ਸਮਝਾ ਰਹੇ ਨੇ ਕਿ ਮਿਹਰ ਮਸੀਤ, ਤਰਸ ਦੀ ਮਸੀਤ ਬਣਾਓ, ਸਿਦਕ ਨੂੰ ਮੁਸੱਲਾ ਬਣਾਓ, ਚੰਗੀ ਜਿਹੜੀ ਕਿਰਤ ਦੇ ਨਾਲ ਆਪਣਾ ਰੁਜ਼ਗਾਰ ਹੈ ਉਹਨੂੰ ਕੁਰਾਨ ਬਣਾਓ, ਸ਼ਰਮ ਜਿਹੜੀ ਹੈ ਵਿਕਾਰਾਂ ਵੱਲੋਂ ਉਹਨੂੰ ਸੁਨਨਤ ਬਣਾਓ, ਚੰਗੇ ਸੁਭਾਅ ਨੂੰ ਰੋਜ਼ਾ ਬਣਾਓ, ਫਿਰ ਮੁਸਲਮਾਨ ਬਣੋ। ਫਿਰ ਮੁਸਲਮਾਨ ਅਖਵਾਨ ਦਾ ਹਰ ਬੰਦਾ ਹੱਕਦਾਰ ਹੈ, ਜਿਹਦੇ ਅੰਦਰ ਇਹ ਗੁਣ ਨੇ। ਨਾਲ ਜਿਹੜੀ ਉੱਚੀ ਕਰਨੀ ਹੈ, ਇਸ ਨੂੰ ਕਾਬਾ ਬਣਾਓ, ਸੱਚ ਨੂੰ ਆਪਣਾ ਪੀਰ ਬਣਾਓ, ਜਿਹੜੇ ਚੰਗੇ ਕਰਮ ਨੇ ਉਹਨਾਂ ਨੂੰ ਕਲਮਾ ਔਰ ਨਿਵਾਜ ਬਣਾਓ, ਰੱਬੀ ਰਜ਼ਾ ਦੇ ਵਿੱਚ ਤੁਰੋ, ਇਹਨੂੰ ਮਾਲਾ ਬਣਾਓ। ਜੋ ਰੱਬ ਨੂੰ ਭਾਉਂਦੀ ਹੈ, ਹਰ ਉਸ ਗੱਲ ਨੂੰ ਸਿਰ ਮੱਥੇ ਮੰਨੋ। ਨਾਨਕ ਰੱਖੇ ਲਾਜ, ਫਿਰ ਉਸ ਮੁਸਲਮਾਨ ਦੀ ਰੱਬ ਲਾਜ ਰੱਖੇਗਾ, ਉਹਦੀ ਖੁਦਾ ਲਾਜ ਰੱਖੇਗਾ। ਉਸ ਇਨਸਾਨ ਨੂੰ ਮਾਣ, ਆਦਰ ਔਰ ਸਤਕਾਰ ਮਿਲੇਗਾ। ਜਿਸ ਦੇ ਅੰਦਰ ਇਹ ਗੁਣ ਨਹੀਂ, ਉਹ ਮਾਣ, ਆਦਰ, ਸਤਕਾਰ ਦਾ ਹੱਕਦਾਰ ਹੀ ਨਹੀਂ, ਉਹਨੂੰ ਮਿਲੇਗਾ ਹੀ ਨਹੀਂ। ਅਗਲਾ ਬਚਨ ਕਰਦੇ ਨੇ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਪਰਾਇਆ ਹੱਕ ਖਾਣਾ, ਉਸ ਸੂਰ ਦਾ ਮਤਲਬ ਮੁਸਲਮਾਨ ਵਾਸਤੇ ਸੂਰ ਹੈ, ਹਿੰਦੂ ਵਾਸਤੇ ਗਾਂ ਹੈ। ਜਿਵੇਂ ਹਿੰਦੂ ਵੀਰ ਗਾਂ ਦੀ ਪੂਜਾ ਕਰਦੇ ਨੇ, ਔਰ ਗਊ ਹੱਤਿਆ ਨੂੰ ਸਭ ਤੋਂ ਵੱਡਾ ਪਾਪ ਸਮਝਿਆ ਜਾਂਦਾ ਹੈ। ਲੇਕਿਨ ਮੁਸਲਮਾਨਾਂ ਨੂੰ ਗਾਂ ਖਾਣ ਵਿੱਚ ਕੋਈ ਪਾਪ ਨਹੀਂ ਲੱਗਦਾ, ਉਹ ਉਹਨੂੰ ਪਵਿੱਤਰ ਸਮਝਦੇ ਨੇ। ਗਾਂ ਖਾ ਜਾਣਾ ਕੋਈ ਉਹਨਾਂ ਵਾਸਤੇ ਪਾਪ ਨਹੀਂ ਹੈ, ਗਾਂ ਨੂੰ ਮਾਰਨਾ ਕੋਈ ਪਾਪ ਨਹੀਂ। ਪਰ ਉਹ ਸੂਰ ਖਾਣ ਨੂੰ ਗਲਤ ਸਮਝਦੇ ਨੇ, ਸੂਰ ਨੂੰ ਹਰਾਮ ਸਮਝਦੇ ਨੇ। ਉਹਨਾਂ ਦੇ ਧਰਮ ਦੇ ਨਾਲ ਜੁੜੀ ਹੋਈ ਉਹ ਚੀਜ਼, ਹਿੰਦੂ ਵੀਰਾਂ ਦੇ ਧਰਮ ਦੇ ਨਾਲ ਗਾਂ ਜੁੜੀ ਹੋਈ ਹੈ ਕਿ ਉਹ ਪਵਿੱਤਰ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਹੁਣ ਇੱਕ ਸੂਰ ਨਹੀਂ ਖਾ ਰਿਹਾ, ਇੱਕ ਗਾਂ ਨਹੀਂ ਖਾ ਰਿਹਾ, ਪਰ ਪਰਾਇਆ ਹੱਕ ਖਾ ਰਹੇ ਨੇ, ਬੇਗਾਨਾ ਹੱਕ ਖਾ ਰਿਹਾ ਹੈ ਕੋਈ। ਤਾਂ ਜੇ ਕੋਈ ਬੇਗਾਨਾ ਹੱਕ ਹਿੰਦੂ ਖਾ ਰਿਹਾ ਹੈ, ਤੇ ਸਮਝ ਲਓ ਗਾਂ ਹੀ ਖਾ ਰਿਹਾ ਹੈ ਕੋਈ। ਬੇਗਾਨਾ ਹੱਕ ਖਾਣਾ ਹੀ ਗਾਂ ਖਾਣਾ ਹੈ। ਤੇ ਜੇ ਕੋਈ ਮੁਸਲਮਾਨ ਵੀਰ ਬੇਗਾਨਾ ਹੱਕ ਖਾਂਦਾ ਤੇ ਸੂਰ ਹੀ ਖਾ ਰਿਹਾ। ਯਾਨੀ ਬੇਗਾਨਾ ਹੱਕ ਜਿਹੜਾ ਖਾਣਾ ਹੈ ਉਹ ਪਾਪ ਹੈ। ਗਾਂ ਔਰ ਸੂਰ ਖਾਣ ਜਾਂ ਨਾ ਖਾਣ ਦੇ ਨਾਲ ਕੁਝ ਹੋਣ ਵਾਲਾ ਨਹੀਂ ਹੈ। ਗਾਂ ਨਾ ਖਾਓ, ਸੂਰ ਨਾ ਖਾਓ, ਲੇਕਿਨ ਬੇਗਾਨਾ ਹੱਕ ਖਾਈ ਜਾਓ, ਕਿਸੇ ਦੀ ਪ੍ਰਾਪਰਟੀ ਦਬਾ ਲਓ, ਤਾਂ ਪਾਪ ਹੈ ਨਾ, ਅਪਰਾਧ ਹੈ ਨਾ। ਲੋਕ ਬੇਗਾਨਾ ਹੱਕ ਖਾਣਾ ਛੱਡ ਦੇਣ ਤਾਂ ਕਿੰਨੇ ਸਾਰੀਆਂ ਸਮੱਸਿਆਵਾਂ ਸਾਡੀਆਂ ਹੱਲ ਹੋ ਸਕਦੀਆਂ ਨੇ। ਜਦੋਂ ਬੇਗਾਨਾ ਹੱਕ ਨਹੀਂ ਖਾਵਾਂਗੇ ਤੇ ਰਿਸ਼ਵਤਖੋਰੀ ਖਤਮ ਹੋ ਜਾਏਗੀ, ਕਿਉਂਕਿ ਬੇਗਾਨਾ ਹੱਕ ਹੀ ਹੈ ਨਾ ਰਿਸ਼ਵਤ ਲੈਣਾ। ਫਿਰ ਬੰਦਾ ਚੋਰੀ ਨਹੀਂ ਕਰੇਗਾ, ਬੇਗਾਨਾ ਹੱਕ ਨਹੀਂ ਨਾ ਖਾਣਾ, ਤਾਂ ਫਿਰ ਚੋਰੀ ਨਹੀਂ ਕਰੇਗਾ, ਰਿਸ਼ਵਤ ਨਹੀਂ ਲਵੇਗਾ, ਠੱਗੀ ਨਹੀਂ ਮਾਰੇਗਾ, ਡਾਕੇ ਨਹੀਂ ਮਾਰੇਗਾ, ਫਿਰ 10 ਨਵਾਂ ਦੀ ਕਿਰਤ ਕਮਾਈ ਕਰੇਗਾ। ਕਿੰਨੇ ਸਾਰੇ ਮਸਲੇ ਸਾਡੇ ਹੱਲ ਹੋ ਜਾਣਗੇ। ਇਸ ਲਈ ਪਰਾਇਆ ਹੱਕ ਖਾਣਾ ਹਿੰਦੂ ਵਾਸਤੇ ਗਾਂ ਹੈ ਔਰ ਮੁਸਲਮਾਨ ਵਾਸਤੇ ਸੂਰ ਹੈ। ਗੁਰ ਪੀਰ ਹਾਮਾ ਤਾਂ ਭਰੇ, ਜਾਂ ਮੁਰਦਾਰ ਨਾ ਖਾਏ। ਮੁਰਦਾਰ ਦਾ ਮਤਲਬ ਬੇਗਾਨੇ ਹੱਕ ਖਾਣੇ, ਮੁਰਦਾ ਖਾਣਾ, ਬੇਗਾਨਾ ਹੱਕ ਖਾਣਾ, ਬੇਈਮਾਨੀ ਦੀ ਕਮਾਈ। ਗੁਰ ਪੀਰ, ਗੁਰੂ ਪੀਰ ਜਿਹੜਾ ਹੈ, ਹਾਮਾ ਤਾਂ ਭਰੇ, ਤੁਹਾਡੀ ਹਾਮੀ ਤਾਂ ਭਰੇਗਾ, ਸਿਫਾਰਿਸ਼ ਤਾਂ ਕਰੇਗਾ। ਜਿਵੇਂ ਮੁਸਲਮਾਨ ਵੀਰ ਕਹਿੰਦੇ ਨਾ, ਮੁਹੰਮਦ ਸਾਹਿਬ ਦੀ ਜਿਸਨਾਂ ਨੇ ਗਵਾਹੀ ਦਿੱਤੀ ਹੋਵੇਗੀ, ਲਾ ਇਲਾਹਾ ਇਲੱਲਾਹ ਮੁਹੰਮਦ ਰਸੂਲੁल्लाह ਦੀ ਜਿਨ੍ਹਾਂ ਨੇ ਗਵਾਹੀ ਦਿੱਤੀ ਹੋਏਗੀ, ਖੈਰਾਤ ਕੀਤੀ ਹੋਏਗੀ, ਰਮਜ਼ਾਨੁਲ ਰਹਿਮਾਨ ਦੇ ਰੋਜ਼ੇ ਰੱਖੇ ਹੋਣਗੇ ਔਰ ਇਹ ਕਰਮ ਕੀਤੇ ਹੋਣਗੇ, ਤਾਂ ਮੁਹੰਮਦ ਸਾਹਿਬ ਉਹਨਾਂ ਦੀ ਸਿਫਾਰਿਸ਼ ਕਰਨਗੇ ਕਿ ਇਹ ਬੰਦਾ ਠੀਕ ਹੈ ਤੇ ਉਹਨੂੰ ਜੰਨਤ ਮਿਲ ਜਾਏਗੀ। ਇਸੇ ਤਰ੍ਹਾਂ ਹਿੰਦੂ ਵੀਰ ਕਹਿੰਦੇ ਨੇ ਕਿ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਹੋਣਗੇ ਤੇ ਧਰਮਰਾਜ ਸਿਫਾਰਿਸ਼ ਕਰੇਗਾ ਤੇ ਉਹਨਾਂ ਨੂੰ ਜਿਹੜੀ ਹੈ
स्वर्ग मिल जाएगा, ये उन्हां दी मनौत है। गुरु जी कहंदे ने गुरु पीर जिहड़ा हामी तां भर सकदा है जे बेगाने हक ना खाओगे। ਅਸੀਂ ਵੀ ਜੇ ਹੁਣ ਅਸੀਂ ਆਪਣੀ ਗੱਲ ਕਰੀਏ, ਜੇ ਅਸੀਂ ਬੇਗਾਨੇ ਹੱਕ ਖਾਈਏ ਕਿਸੇ ਦਾ, ਕਿਸੇ ਵੀ ਢੰਗ ਦੇ ਨਾਲ ਬੇਗਾਨਾ ਹੱਕ ਖਾ ਜਾਈਏ, ਤੇ ਫਿਰ ਬੇਗਾਨਾ ਹੱਕ ਖਾ ਕੇ ਮੰਨ ਲਓ ਕਿਸੇ ਦਾ 10 ਲੱਖ ਪੌਂਡ ਮਾਰ ਲਿਆ ਤੇ ਉਹਦੇ ਚੋਂ 11,000 ਪੌਂਡ ਲਿਆ ਕੇ ਗੁਰਦੁਆਰਾ ਸਾਹਿਬ ਦਾਨ ਕਰ ਦਈਏ ਤੇ ਅਰਦਾਸ ਕਰਾ ਕੇ ਆਖੀ ਵੀ ਗੁਰੂ ਬਖਸ਼ਿਸ਼ ਕਰੇਗਾ, ਗੁਰੂ ਰਹਿਮਤ ਕਰੇਗਾ, ਤਾਂ ਗੁਰੂ ਤੁਹਾਡੇ 11,000 ਕਰਕੇ ਥੋੜੀ ਰਹਿਮਤ ਕਰੇਗਾ ਵੀ ਤੁਹਾਡੀ ਬੇਈਮਾਨੀ ਨੂੰ ਗੁਰੂ ਪ੍ਰਵਾਨਗੀ ਦੇ ਦੇਗਾ, ਹਾਂ ਕਿ ਹੁਣ ਤੁਸੀਂ ਪ੍ਰਵਾਨ ਹੋ, ਹੁਣ ਤੁਸੀਂ ਬੇਗਾਨਾ ਹੱਕ ਖਾ ਲਿਆ, ਪ੍ਰਵਾਨ ਹੋ, ਕਿਉਂਕਿ ਵਿੱਚੋਂ 11,000 ਮੈਨੂੰ ਦੇ ਦਿੱਤੇ। ਗੁਰੂ ਪੀਰ ਨਹੀਂ ਹਾਮੀ ਭਰਦਾ, ਖੁਦਾ ਨਹੀਂ ਹਾਮੀ ਭਰਦਾ, ਰੱਬ ਦਾ ਸਿਸਟਮ ਨਹੀਂ ਹਾਮੀ ਭਰਦਾ। ਗੁਰੂ ਪੀਰ ਰੱਬ ਉਹਦੀ ਹਾਮੀ ਭਰੇਗਾ ਜਿਹੜਾ ਬੇਗਾਨਾ ਹੱਕ ਨਹੀਂ ਖਾਂਦਾ। ਔਰ ਯਾਦ ਰੱਖਣਾ, ਇੱਕ ਪੈਸਾ ਵੀ ਕਿਸੇ ਦਾ ਬੇਗਾਨਾ ਜਿਹੜਾ ਖਾਣਾ ਹੈ ਉਹ ਸੂਰ ਔਰ ਗਾਂ ਖਾਣ ਦੇ ਬਰਾਬਰ ਹੈ। ਜੇ ਲੋਕ ਇਹਦੇ ਤੇ ਅਮਲ ਕਰ ਲੈਣ ਸਾਰੇ, ਤਾਂ ਦੇਖੋ ਇਹ ਸੰਸਾਰ ਕਿੰਨਾ ਸੋਹਣਾ ਹੋ ਸਕਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਇੱਥੇ ਸਾਨੂੰ ਸਮਝਾ ਰਹੇ ਨੇ ਕਿ ਧਰਮ ਦੇ ਨਾਮ ਦੇ ਉੱਤੇ ਠੱਗੀਆਂ ਮਾਰ ਕੇ ਤੁਸੀਂ ਧਰਮੀ ਨਹੀਂ ਹੋ ਸਕਦੇ, ਇਹਦੇ ਉੱਤੇ ਅਮਲ ਕਰਨਾ ਜ਼ਰੂਰੀ ਹੈ। ਗੱਲੀ ਪਿਸ਼ਟ ਨਾ ਜਾਈਏ, ਛੁੱਟੇ ਸੱਚ ਕਮਾਏ। ਇੱਥੇ ਪਿਸ਼ਟ ਦਾ ਮਤਲਬ ਹੈ ਸਵਰਗ, ਬਹਿਸ਼ਤ। ਇੱਥੇ ਗਲੀ ਨਹੀਂ ਪੜਨਾ, ਜੇ ਗਲੀ ਪੜਾਂਗੇ ਤੇ ਉਹਦਾ ਅਰਥ ਹੋ ਜਾਏਗਾ ਰਾਸਤਾ। ਗਲੀ ਸ਼ਬਦ ਗੁਰਬਾਣੀ ਵਿੱਚ 3 ਅਰਥਾਂ ਵਿੱਚ ਆਇਆ ਹੈ, ਸਪੈਲਿੰਗ ਇਹੀ ਹੈ ਜਿਹੜੀ ਇੱਥੇ ਹੈ, ਸਪੈਲਿੰਗ ਤਿੰਨਾਂ ਥਾਵਾਂ ਤੇ ਇੱਕੋ ਹੀ ਹੈ ਪਰ ਅਰਥ 3 ਨੇ। ਮੇਰੋ ਸੁੰਦਰ ਕਹੋ ਮਿਲੇ ਕਿਤ ਗਲੀ, ਉੱਥੇ ਗਲੀ ਦਾ ਮਤਲਬ ਹੈ ਰਾਸਤਾ, ਕਿ ਕਿਹੜੇ ਰਾਹ ਦੇ ਉੱਤੇ ਤੁਰਿਆ ਮੇਰਾ ਸੁੰਦਰ ਪਿਆਰਾ ਪ੍ਰੀਤਮ ਮਿਲੇਗਾ, ਉੱਥੇ ਪੜਨਾ ਹੈ ਗਲੀ। ਨਾ ਬਿੰਦੀ ਲਾਣੀ ਹੈ, ਨਾ ਅਦਕ ਲਾਣਾ ਹੈ, ਗਲੀ। ਦੂਜਾ ਸ਼ਬਦ ਹੈ ਗਲੀ ਜਿਨ੍ਹਾਂ ਜਪ ਮਾਲੀਆਂ। ਹੁਣ ਉੱਥੇ ਜੇ ਗਲੀ ਪੜਾਂਗੇ ਤੇ ਗੜਬੜ ਹੋ ਜਾਏਗੀ, ਕਿਉਂਕਿ ਮਾਲਾ ਗਲੀਆਂ ਵਿੱਚ ਨਹੀਂ ਨਾ ਪਈਆਂ ਹੋਈਆਂ, ਉੱਥੇ ਹੈ ਗਲਿਆਂ ਦੇ ਅੰਦਰ। ਉੱਥੇ ਲੱਲੇ ਨਾਲ ਬਿੰਦੀ ਲਗਾਣੀ ਹੈ, ਗਲੀ ਜਿਨ੍ਹਾਂ ਜਪ ਮਾਲੀਆਂ, ਜਿਨ੍ਹਾਂ ਨੇ ਆਪਣੇ ਗਲਿਆਂ ਦੇ ਵਿੱਚ ਮਾਲਾ ਪਾਈਆਂ ਹੋਈਆਂ। ਤੇ ਇੱਥੇ ਹੁਣ ਨਾ ਗਲਿਆਂ ਦੀ ਗੱਲ ਹੈ, ਨਾ ਇੱਥੇ ਗਲੀਆਂ ਦੀ ਗੱਲ ਹੈ, ਇੱਥੇ ਗੱਲ ਹੋ ਰਹੀ ਹੈ ਗੱਲਾਂ ਦੀ। ਇਸ ਲਈ ਇੱਥੇ ਗੱਗੇ ਤੇ ਅਦਕ ਲਗਾਵਾਂਗੇ ਔਰ ਲੱਲੇ ਦੀ ਬਿਹਾਰੀ ਨਾਲ ਬਿੰਦੀ ਦਾ ਉਚਾਰਨ ਹੋਏਗਾ ਗੱਲੀ। ਗੱਲੀ ਪਿਸ਼ਟ ਨਾ ਜਾਈਏ, ਛੁੱਟੇ ਸੱਚ ਕਮਾਏ। ਕਿ ਨਿਰੀਆਂ ਗੱਲਾਂ ਦੇ ਨਾਲ ਬਹਿਸ਼ਤ ਵਿੱਚ ਨਹੀਂ ਜਾਇਆ ਜਾਂਦਾ। ਬਹਿਸ਼ਤ ਦੇ ਅੰਦਰ ਬੜੇ ਸੁੱਖ ਮੰਨੇ ਨੇ। ਮੁਸਲਮਾਨਾਂ ਦਾ ਵਿਸ਼ਵਾਸ ਹੈ ਕਿ ਬਹਿਸ਼ਤ ਦੇ ਅੰਦਰ ਇੱਕ ਇੱਕ ਬੰਦੇ ਨੂੰ ਸੁੰਦਰ 72 ਜਿਹੜੀਆਂ ਨੇ ਸੁੰਦਰ ਔਰਤਾਂ ਮਿਲਦੀਆਂ। ਉੱਥੇ ਸ਼ੁੱਧ ਸ਼ਹਿਦ ਦੀਆਂ ਨਦੀਆਂ ਵਗ ਰਹੀਆਂ ਨੇ, ਸ਼ੁੱਧ ਅੰਗੂਰਾਂ ਦੇ ਸ਼ਰਾਬ ਦੀਆਂ ਨਦੀਆਂ ਵਗ ਰਹੀਆਂ ਨੇ, ਹਰ ਕਿਸਮ ਦਾ ਫੁੱਲ, ਹਰ ਕਿਸਮ ਦਾ ਫਲ, ਹਰ ਕਿਸਮ ਦਾ ਖਾਣਾ, ਸੋਨੇ ਦੇ ਮਹਿਲ, ਕਰਨਾ ਕੱਖ ਨਹੀਂ, ਸਿਰਫ ਵਿਸ਼ੇ ਵਿਕਾਰ ਭੋਗਣੇ ਨੇ। ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਗੱਲੀ ਪਿਸ਼ਟ ਨਾ ਜਾਈਏ, ਗੱਲਾਂ ਦੇ ਨਾਲ ਬਹਿਸ਼ਤ ਵਿੱਚ ਨਹੀਂ ਜਾਇਆ ਜਾਂਦਾ, ਗੱਲਾਂ ਦੇ ਨਾਲ ਸਵਰਗ ਵਿੱਚ ਨਹੀਂ ਜਾਇਆ ਜਾਂਦਾ। ਔਰ ਗੁਰਮਤ ਜਿਹੜੀ ਹੈ ਨਰਕ ਸਵਰਗ ਨੂੰ ਮੰਨਦੀ ਨਹੀਂ, ਮਰਨ ਤੋਂ ਬਾਅਦ ਕੋਈ ਨਰਕ ਸਵਰਗ ਨਹੀਂ ਹੈ, ਇਹ ਜ਼ਿੰਦਗੀ ਹੈ। ਚਾਹੇ ਇਹਨੂੰ ਸਵਰਗ ਬਣਾ ਲਓ ਜਾਂ ਇਸ ਨੂੰ ਨਰਕ ਬਣਾ ਲਓ। ਤਾਂ ਗੱਲਾਂ ਦੇ ਨਾਲ ਇਹ ਜ਼ਿੰਦਗੀ ਸਵਰਗ ਨਹੀਂ ਬਣਦੀ, ਕੇਵਲ ਗੱਲਾਂ ਕਰੀ ਜਾਓ ਸੱਚ ਦੀਆਂ, ਵੀ ਸੱਚ ਬੋਲੋ ਜੀ, ਧਰਮ ਦੇ ਅਨੁਸਾਰ ਚੱਲੋ ਜੀ, ਗੁਰਮਤ ਦੀ ਜ਼ਿੰਦਗੀ ਜੀਵੋ ਜੀ, ਲੇਕਿਨ ਜੀਵੋ ਨਾ, ਇਹਨਾਂ ਚੀਜ਼ਾਂ ਤੇ ਅਮਲ ਨਾ ਕਰੋ, ਤਾਂ ਫਿਰ ਜ਼ਿੰਦਗੀ ਸਵਰਗ ਥੋੜਾ ਬਣੇਗੀ। ਈਰਖਾ ਨਾ ਕਰੋ, ਦੁਐਸ਼ ਨਾ ਕਰੋ, ਇਹ ਗੱਲਾਂ ਕਰੀ ਜਾਓ ਤੇ ਇਹਨਾਂ ਗੱਲਾਂ ਦੇ ਨਾਲ ਜ਼ਿੰਦਗੀ ਥੋੜਾ ਸਵਰਗ ਬਣਨੀ। ਇਸ ਲਈ ਸੱਚ ਦੀ ਕਮਾਈ ਕਰਨੀ ਪਵੇਗੀ। ਗੱਲੀ ਪਿਸ਼ਤ ਨਾ ਜਾਈਏ, ਛੁੱਟੇ ਸੱਚ ਕਮਾਏ। ਗੁਰੂ ਜੀ ਕਹਿੰਦੇ ਨੇ ਸੱਚ ਦੀ ਕਮਾਈ ਕਰਕੇ, ਸੱਚ ਨੂੰ ਅਮਲੀ ਜੀਵਨ ਦੇ ਵਿੱਚ ਵਰਤਿਆਂ ਅਸੀਂ ਵਿਕਾਰਾਂ ਤੋਂ ਛੁੱਟ ਸਕਦੇ ਹਾਂ ਔਰ ਸਾਡੀ ਜ਼ਿੰਦਗੀ ਬਹਿਸ਼ਤ ਬਣ ਸਕਦੀ ਹੈ। ਇਸ ਲਈ ਗੁਰਦੇਵ ਨੇ ਹੋਰ ਥਾਂ ਵੀ ਕਿਹਾ ਨਾ, ਗੱਲੀ ਜੋਗ ਨਾ ਹੋਈ। ਇੱਥੇ ਮੁਸਲਮਾਨ ਦੀ ਗੱਲ ਕਰ ਰਹੇ ਨੇ ਤਾਂ ਮੁਸਲਮਾਨ ਨੂੰ ਕਹਿ ਰਹੇ ਨੇ, ਉੱਥੇ ਜੋਗੀ ਨਾਲ ਗੱਲ ਕੀਤੀ ਤਾਂ ਉੱਥੇ ਵੀ ਗੱਲ ਕਹਿ ਰਹੇ ਨੇ ਗੱਲੀ ਜੋਗ ਨਾ ਹੋਈ। ਤੇ ਜਿੱਥੇ ਆਮ ਜਨਤਾ ਦੀ ਗੱਲ ਹੈ ਉੱਥੇ ਵੀ ਅਸੀਂ ਕਿਹਾ ਹੈ ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ। ਗੱਲਾਂ ਨਾਲ ਬਾਤ ਨਹੀਂ ਬਣਦੀ। ਇਸ ਲਈ ਛੁੱਟੇ ਸੱਚ ਕਮਾਏ, ਸੱਚ ਕਮਾ ਕੇ ਬੰਦਾ ਛੁੱਟ ਸਕਦਾ ਹੈ। ਮਨ, ਬਚਨ ਔਰ ਕਰਮ ਕਰਕੇ ਸੱਚ ਦੇ ਧਾਰਨੀ ਹੋਵੇਗਾ। ਇਹ ਪਿਆਰਿਓ, ਗੱਲਾਂ ਦੇ ਨਾਲ ਬਹਿਸ਼ਤ ਵਿੱਚ ਨਹੀਂ ਜਾਇਆ ਜਾਂਦਾ ਔਰ ਗੱਲਾਂ ਦੇ ਨਾਲ ਸੱਚ ਕਮਾਉਣ ਤੋਂ ਬਿਨਾਂ ਦੋਜਕ ਤੋਂ ਨਹੀਂ ਬਚਿਆ ਜਾ ਸਕਦਾ। ਅੱਗੇ ਕਹਿੰਦੇ ਨੇ ਮਾਰਨ ਪਾਹੇ ਹਰਾਮ ਮਹਿ। ਇਹਨੂੰ ਪਾਹੇ ਨਹੀਂ ਪੜਨਾ, ਪਾਹੇ। ਮਾਰਨ ਦਾ ਮਤਲਬ ਹੈ ਮਸਾਲੇ। ਇੱਥੇ ਮਾਰਨ ਦਾ ਮਤਲਬ ਮਾਰਨਾ ਕੁੱਟਣਾ ਨਹੀਂ ਹੈ, ਹੱਤਿਆ ਕਰਨੀ ਨਹੀਂ ਹੈ। ਮਾਰਨ ਦਾ ਮਤਲਬ
ਮਸਾਲੇ ਪਾਹੇ ਹਰਾਮ ਮੈਂ, ਕਿ ਹਰਾਮ ਦਾ ਮਾਲ ਹੋਵੇ, ਹਰਾਮ ਦੀ ਕਮਾਈ ਹੋਵੇ ਤੇ ਉਹਦੇ ਵਿੱਚ ਮਸਾਲੇ ਪਾਲੇ ਜਾਣ, ਉਹਦੇ ਵਿੱਚ ਮਸਾਲੇ ਪਾਲੇ ਜਾਣ। ਮੱਝ ਕਿਸੇ ਦੀ ਚੋਰੀ ਕਰਕੇ ਲਿਆਂਦੀ ਹੋਏ ਤੇ ਉਸ ਚੋਰੀ ਵਾਲੀ ਮੱਝ ਦਾ ਦੁੱਧ ਉਬਾਲ ਕੇ ਵਿੱਚ ਜਵੈਣ ਪਾ ਲਈ ਜਾਏ, ਬਦਾਮ ਪਾ ਲਏ ਜਾਣ, ਵਿੱਚ ਮੱਖਣ ਪਾ ਲਿਆ ਜਾਏ, ਘਿਓ ਪਾ ਲਿਆ ਜਾਏ, ਤਾਂ ਹੋਏ ਹਲਾਲ ਨਾ ਜਾਏ, ਉਹ ਹਲਾਲ ਨਹੀਂ ਹੋ ਚੱਲਿਆ। ਜੇ ਤੁਹਾਡੀ ਕਮਾਈ 2 ਨੰਬਰ ਦੀ ਹੈ ਤੇ 2 ਨੰਬਰ ਦੀ ਕਮਾਈ ਕਰਕੇ ਵਿੱਚ ਚੰਗੇ ਚੰਗੇ ਮਸਾਲੇ ਪਾ ਕੇ ਉਹਨੂੰ ਬਣਾ ਲਓ। ਗੋਭੀ ਲਿਆਂਦੀ ਹੈ ਚੋਰੀ, ਕਿਸੇ ਦੇ 4 ਫੁੱਲ ਗੋਭੀ ਦੇ ਚੋਰੀ ਲਿਆਂਦੇ ਨੇ, ਤੇ ਉਹ ਗੋਭੀ ਦੇ ਵਿੱਚ ਮਸਾਲੇ, ਹਰਾ ਧਨੀਆ ਤੇ ਦੂਜੇ ਤੀਜੇ ਪਾ ਕੇ ਉਹ ਹਲਾਲ ਥੋੜਾ ਹੋ ਜਾਏਗਾ, ਉਹਨੇ ਫਿਰ ਵੀ ਚੋਰੀ ਦੀ ਰਹਿਣਾ। ਮਾਰਨ ਪਾਹੇ ਹਰਾਮ ਮਹਿ, ਹੋਏ ਹਲਾਲ ਨਾ ਜਾਏ। ਬੇਗਾਨਾ ਜਿਹੜਾ ਹਰਾਮ ਦਾ ਮਾਲ ਹੈ, ਉਹਦੇ ਵਿੱਚ ਮਸਾਲੇ ਪਾਉਣ ਦੇ ਨਾਲ ਕਦੇ ਵੀ ਉਹ ਹਲਾਲ ਨਹੀਂ ਹੋ ਜਾਂਦਾ। ਕਦੇ ਵੀ ਸ਼ਰਾਬ ਦੀ ਬੋਤਲ ਦੇ ਉੱਤੇ ਅੰਮ੍ਰਿਤ ਦਾ ਲੇਬਲ ਲਗਾ ਲਿਓ ਤੇ ਉਹ ਅੰਮ੍ਰਿਤ ਨਹੀਂ ਬਣ ਜਾਂਦਾ। ਜ਼ਹਿਰ ਦੇ ਉੱਤੇ ਅੰਮ੍ਰਿਤ ਦਾ ਲੇਬਲ ਲਗਾਉਣ ਦੇ ਨਾਲ ਉਹ ਅੰਮ੍ਰਿਤ ਨਹੀਂ ਬਣ ਜਾਂਦਾ, ਉਹਨੇ ਜ਼ਹਿਰ ਹੀ ਰਹਿਣਾ। ਇਸ ਲਈ ਮਾਰਨ ਪਾਹੇ ਹਰਾਮ ਮਹਿ, ਹੋਏ ਹਲਾਲ ਨਾ ਜਾਏ। ਤਾਂ ਜਿਹੜੇ ਮਸਾਲੇ ਪਾਣੇ ਨੇ ਪਰਾਏ ਹੱਕ ਦੇ ਵਿੱਚ, ਉਹਦੇ ਨਾਲ ਉਹ ਹੱਕ ਦਾ ਨਹੀਂ ਬਣ ਜਾਂਦਾ। ਜਿੰਨੀਆਂ ਮਰਜ਼ੀ ਦਲੀਲਾਂ ਦੇ ਲੋ, ਰਿਸ਼ਵਤ ਲੈਣ ਵਾਲਾ ਬੰਦਾ ਜੇ ਦਲੀਲਾਂ ਦੇਈ ਜਾਏ, ਨਹੀਂ ਜੀ ਕੰਮ ਨਹੀਂ ਚੱਲਦਾ, ਅੱਜ ਤੇ ਦੁਨੀਆ ਹੈ, ਅੱਜ ਤੇ ਫਲਾਂ ਹੈ, ਤਾਂ ਇਹ ਦਲੀਲਾਂ ਦੇਣ ਦੇ ਨਾਲ ਕੋਈ ਹੱਕ ਥੋੜੀ ਬਣ ਚੱਲਿਆ, ਸੱਚ ਥੋੜੀ ਬਣ ਚੱਲਿਆ। ਜਿੰਨੀਆਂ ਮਰਜ਼ੀ ਦਲੀਲਾਂ ਦੇ ਮਸਾਲੇ ਪਾਈ ਜਾਓ, ਜਿੰਨੇ ਮਰਜ਼ੀ ਮਸਾਲੇ ਲਾਈ ਜਾਓ, ਤਾਂ ਜਿਹੜਾ ਮਾਲ ਹੈਗਾ ਨਾ ਹਲਾਲ ਹਰਾਮ ਦਾ, ਉਹਨੇ ਹਰਾਮ ਹੀ ਰਹਿਣਾ। ਨਾਨਕ ਗੱਲੀ ਕੂੜੀ, ਕੂੜੋ ਪੱਲੇ ਪਾਏ। ਇੱਥੇ ਵੀ ਗੱਲੀ ਪੜਨਾ ਹੈ ਤੇ ਕੂੜੀ ਜਿਹੜਾ ਨਾ, ਕੂੜੀ ਇੱਥੇ ਡਾੜੇ ਦੀ ਬਿਹਾਰੀ ਨਾਲ ਬਿੰਦੀ ਲਾਣਾ, ਕੂੜੀ। ਤੇ ਇਹ ਜਿਹੜਾ ਹੈ ਉਹ ਆਟੋਮੈਟਿਕਲੀ ਬੁੱਲ ਜਾਏਗਾ। ਜਦੋਂ ੜੀ ਨੂੰ ਲੰਬੀ ਕਰੋਗੇ ਨਾ, ਨਾਨਕ ਗੱਲੀ ਕੂੜੀ, ਈ ਆਪੇ ਹੀ ਬੋਲ ਰਿਹਾ ਹੈ। ਕੂੜੋ ਪੱਲੇ ਪਾਏ, ਕੂੜੀ ਗੱਲੀ ਜਿਹੜੀਆਂ ਝੂਠੀਆਂ ਗੱਲਾਂ ਨੇ, ਬਹਿਸ ਦੀਆਂ, ਝੂਠੀ ਬਹਿਸ ਕਰਨੀ। ਕਈ ਲੋਕ ਝੂਠਾ ਸਿਰ ਅੜਾਉਂਦੇ ਨੇ, ਅੜਾਈ ਜਾਂਦੇ ਨੇ, ਤੇ ਹੋ ਸਕਦਾ ਹੈ ਝੂਠਾ ਬੰਦਾ ਉੱਚੀ ਆਵਾਜ਼ ਕਰਕੇ ਸੱਚ ਬੋਲਣ ਵਾਲੇ ਨੂੰ ਚੁੱਪ ਕਰਾ ਦੇਵੇ। ਕਈ ਵਾਰੀ ਸੱਚ ਬੋਲਣ ਵਾਲਾ ਬੰਦਾ ਚੁੱਪ ਕਰ ਜਾਂਦਾ। ਜੇ ਤੁਹਾਡੀ ਆਵਾਜ਼ ਉੱਚੀ ਹੈ ਤੇ ਤੁਸੀਂ ਕਿਸੇ ਸੱਚੇ ਬੰਦੇ ਨੂੰ ਚੁੱਪ ਕਰਾ ਦਿੱਤਾ ਹੈ, ਤਾਂ ਤੁਹਾਡਾ ਝੂਠ ਸੱਚ ਨਹੀਂ ਹੋ ਗਿਆ। ਸੱਚੇ ਬੰਦੇ ਦੇ ਚੁੱਪ ਕਰਨ ਦੇ ਨਾਲ ਉਹ ਸੱਚ ਨਹੀਂ ਹੋ ਗਿਆ। ਜੇ ਤੁਸੀਂ ਸੱਚੇ ਬੰਦੇ ਨੂੰ ਕਤਲ ਕਰ ਦਿੱਤਾ ਹੈ ਤੇ ਕਤਲ ਕਰਨ ਦੇ ਨਾਲ ਵੀ ਤੁਹਾਡਾ ਝੂਠ ਸੱਚ ਨਹੀਂ ਹੋ ਜਾਂਦਾ, ਉਹਨੇ ਫਿਰ ਵੀ ਝੂਠ ਹੀ ਰਹਿਣਾ। ਜੇ ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ, ਤਾਂ ਉਥੇ ਚੰਦੂ ਦਾ ਜਿਹੜਾ, ਜਾਂ ਜੋਗੀਆਂ ਦਾ, ਜਾਂ ਹੋਰ ਜਿਨ੍ਹਾਂ ਦਾ ਵਿੱਚ ਸਹਿਯੋਗ ਸੀ, ਉਹਨਾਂ ਦਾ ਝੂਠ ਝੂਠ ਹੀ ਰਿਹਾ ਹੈ, ਸੱਚ ਨਹੀਂ। ਜੇ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰ ਦਿੱਤਾ ਗਿਆ ਨਾ, ਤਾਂ ਆਰੇ ਦੇ ਨਾਲ ਚੀਰਨ ਦੇ ਨਾਲ ਸੱਚ ਨਹੀਂ ਚੀਰਿਆ ਗਿਆ, ਸੱਚ ਨਹੀਂ ਮਰਿਆ, ਸੱਚ ਨਹੀਂ ਖਤਮ ਹੋ ਗਿਆ, ਝੂਠ ਝੂਠ ਹੀ ਰਿਹਾ। ਝੂਠ ਨੇ ਫਿਰ ਵੀ ਝੂਠ ਰਹਿਣਾ। ਸੱਚੇ ਬੰਦੇ ਨੂੰ ਮਾਰ ਵੀ ਦੋ। ਹੁਣ ਜਿਹੜੇ ਪੁਜਾਰੀ ਸਨ, ਗੈਲੀਲੀਓ ਨੂੰ ਪਾ ਦਿੱਤਾ ਨਾ ਜੇਲ੍ਹ ਵਿੱਚ। ਉਹ ਕਹਿੰਦਾ ਸੀ ਵੀ ਧਰਤੀ ਘੁੰਮਦੀ ਹੈ ਸੂਰਜ ਦੇ ਚੁਫੇਰੇ, ਤੇ ਉਹ ਕਹਿੰਦੇ ਸਨ ਨਾ, ਬਾਈਬਲ ਵਿੱਚ ਲਿਖਿਆ ਸੂਰਜ ਘੁੰਮਦਾ, ਧਰਤੀ ਦੇ ਚੁਫੇਰੇ। ਪਾ ਦਿੱਤਾ ਜੇਲ੍ਹ ਵਿੱਚ, ਜੇਲ੍ਹ ਵਿੱਚ ਹੀ ਉਹ ਘਰ ਦੇ ਵਿੱਚ ਹੀ ਕੈਦ ਕਰ ਦਿੱਤਾ ਗਿਆ ਤੇ ਉੱਥੇ ਹੀ ਉਹ ਮਰਿਆ। ਮਾਰ ਦਿੱਤਾ ਨਾ ਇੱਕ ਚੰਗੇ ਭਲੇ ਬੰਦੇ ਨੂੰ। ਤੇ ਕੀ ਉਹ ਝੂਠ ਸੱਚ ਹੋ ਗਿਆ? ਫਿਰ ਵੀ ਝੂਠ ਤੇ ਝੂਠ ਰਿਹਾ। ਧਰਤੀ ਤੇ ਹੁਣ ਵੀ ਸੂਰਜ ਦੇ ਚੁਫੇਰੇ ਧਰਤੀ ਹੀ ਘੁੰਮ ਰਹੀ ਹੈ। ਇਸ ਲਈ ਗੁਰੂ ਜੀ ਕਹਿੰਦੇ ਨੇ, ਗੱਲਾਂ ਦੇ ਨਾਲ ਜਿਹੜਾ ਹੈ ਨਾ, ਝੂਠੀਆਂ ਗੱਲਾਂ ਨਾਲ ਜੇ ਤੁਸੀਂ ਜਿੱਤ ਜਾਂਦੇ ਹੋ, ਬਹਿਸਾਂ ਕਰਦੇ ਹੋ, ਤੇ ਉਹਦੇ ਨਾਲ ਤੁਹਾਡਾ ਜਿਹੜਾ ਝੂਠ ਹੈ ਉਹਨੇ ਸੱਚ ਨਹੀਂ ਬਣ ਜਾਣਾ, ਉਹਨੇ ਫਿਰ ਵੀ ਸੱਚ ਇਹ ਝੂਠ ਹੀ ਰਹਿਣਾ। ਨਾਨਕ ਗੱਲੀ ਕੂੜੀ, ਜਿਹੜੀਆਂ ਝੂਠੀਆਂ ਗੱਲਾਂ ਨੇ, ਕੂੜੋ ਪੱਲੇ ਪਾਏ, ਪੱਲੇ ਕੂੜ ਹੀ ਪਵੇਗਾ, ਝੂਠ ਦਾ ਹੀ ਫਲ ਮਿਲੇਗਾ। ਮੁਸਲਮਾਨ ਵੀਰ ਨੂੰ ਕਹਿ ਰਹੇ ਨੇ ਕਿ ਜੇ ਗੱਲਾਂ ਕਰੀ ਜਾਓਗੇ, ਜੇ ਚੰਗੀ ਜ਼ਿੰਦਗੀ ਨਾ ਜੀਵੋਗੇ, ਤਾਂ ਗੱਲਾਂ ਦੇ ਨਾਲ ਬਹਿਸ਼ਤ ਵਿੱਚ ਨਹੀਂ ਜਾਇਆ ਜਾਂਦਾ, ਗੱਲਾਂ ਦੇ ਨਾਲ ਚੰਗਾ ਨਹੀਂ ਬਣਿਆ ਜਾ ਸਕਦਾ। ਕੂੜੀਆਂ ਗੱਲਾਂ ਦੇ ਨਾਲ ਕੂੜ ਹੀ ਪੱਲੇ ਪਵੇਗਾ। ਔਰ ਇਹ ਗੱਲ ਹਰ ਧਰਮ ਤੇ ਲਾਗੂ ਹੁੰਦੀ ਹੈ, ਹਰ ਧਾਰਮਿਕ ਬੰਦੇ ਤੇ ਲਾਗੂ ਹੁੰਦੀ ਹੈ। ਹੁਣ ਅਸੀਂ ਗੱਲਾਂ ਕਰੀ ਜਾਈਏ, ਲੇਕਿਨ ਜੇ ਅਸੀਂ ਚੰਗੇ ਕਰਮ ਨਹੀਂ ਕਰਦੇ ਤਾਂ ਕੂੜ ਹੀ ਪੱਲੇ ਪੈਣਾ ਨਾ। ਜਿੰਨੀਆਂ ਵੀ ਅਸੀਂ ਹੁਣ ਸਾਡੇ ਲੋਕ ਗੱਲਾਂ ਕਰਦੇ ਨੇ, ਤੀਰਥਾਂ ਤੇ ਨਾਤਿਆਂ ਜੀ, ਫਲ ਤਾਂ ਮਿਲਦਾ ਹੀ ਹੈ ਨਾ ਕੁਛ ਨਾ ਕੁਛ। ਜਿਵੇਂ ਭੋਗ ਲਵਾਉਣ ਦੀ ਗੱਲ ਹੀ ਚੱਲਦੀ ਹੁੰਦੀ ਹੈ ਜੀ, ਲੰਗਰ ਦਾ ਭੋਗ ਲਵਾਇਆ, ਕੁਛ ਤੇ ਹੁੰਦਾ ਹੀ ਨਾ, ਰੱਬ ਕੁਛ ਤੇ ਖਾਂਦਾ ਹੀ ਹੋਣਾ। ਕਿੰਨੀਆਂ ਉਹ ਦਲੀਲਾਂ ਦਿੰਦੇ ਨੇ, ਉੱਥੇ ਫਲਾਣੇ ਥਾਂ ਜੀ ਪਕੌੜਿਆਂ ਨੂੰ ਲੰਗਰ ਲਵਾਇਆ ਤੇ ਭੋਗ ਲਵਾਇਆ, ਬਾਅਦ ਵਿੱਚ ਪਕੌੜੇ ਤਲੇ ਤੇ ਪਕੌੜੇ ਘੱਟ ਨਿਕਲੇ ਥੋੜੇ ਜਿਹੇ।
ਉਹ ਘੱਟ ਵੈਸੇ ਹੀ ਹੋ ਜਾਂਦੇ ਨੇ। ਹਵਾ ਨਿਕਲ ਜਾਂਦੀ ਨਾ ਜਦੋਂ ਭਾਫ ਦੇ ਨਾਲ, ਕੋਈ ਪਾਣੀ ਪੂਣੀ ਉੱਡ ਜਾਂਦਾ ਤੇ ਭਾਰ ਵੈਸੇ ਹੀ ਘੱਟ ਹੋ ਜਾਂਦਾ। ਹੁਣ ਜਿੰਨੇ ਮਰਜ਼ੀ ਦਲੀਲਾਂ ਲਈ ਜਾਓ ਔਰ ਤੁਸੀਂ ਇਹ ਸਿੱਧ ਕਰ ਦਿਓ ਕਿ ਰੱਬ ਖਾਂਦਾ ਹੈ, ਭੋਗ ਲਾਉਂਦਾ ਹੈ, ਤਾਂ ਇਹਨੇ ਫਿਰ ਵੀ ਝੂਠ ਰਹਿਣਾ। ਗੱਲਾਂ ਨਾਲ ਥੋੜੀ ਤੁਸੀਂ ਸਿੱਧ ਕਰ ਲੋਗੇ ਕਿ ਰੱਬ ਰੋਟੀ ਖਾਂਦਾ ਹੈ, ਸਾਡੇ ਪਕੌੜੇ ਖਾ ਕੇ ਖੁਸ਼ ਹੋ ਜਾਂਦਾ। ਕਿਵੇਂ ਕਰ ਲੋਗੇ ਗੱਲਾਂ ਦੇ ਨਾਲ? ਭਗਤ ਨਾਮਦੇਵ ਜੀ ਨੇ ਕਿੰਨੇ ਸਾਰੇ ਮਿਸਾਲਾਂ ਦਿੱਤੀਆਂ ਨੇ ਨਾ। ਆਨੇ ਲੈ ਗਾਗਰ, पढ़ाई ले उदक, ठाकुर को स्नान करो, 42 ਲੱਖ ਜੀ ਜਲ में होते, ਜਾਂ ਆਨੇ ਲੈ ਫੂਲ ਪਰੋਈ ਲੈ ਮਾਲਾ, ਫੁੱਲਾਂ ਨਾਲ ਠਾਕੁਰ ਨੂੰ ਖੁਸ਼ ਕਰ ਲੋਗੇ। ਕਪਟ ਦਾ ਸਮਾਨ ਖਾ ਖਾ ਕੇ, ਝੂਠੀਆਂ ਠੱਗੀਆਂ ਮਾਰ ਮਾਰ ਕੇ, ਤੇ ਕੀ ਥੋੜੇ ਜਿਹੇ ਗੁਲਦਸਤੇ ਗੁਰਦੁਆਰੇ ਜਾਂ ਮੰਦਿਰ ਦੇ ਵਿੱਚ ਚੜਾ ਕੇ, ਮਸੀਤੇ ਚੜਾ ਕੇ ਤੇ ਰੱਬ ਨੂੰ ਖੁਸ਼? ਕਦੇ ਵੀ ਨਹੀਂ। ਕੂੜੀਆਂ ਗੱਲਾਂ ਦੇ ਨਾਲ ਕੂੜ ਪੱਲੇ ਪੈਣਾ। ਕਦੇ ਵੀ ਬਹਿਸ ਦੇ ਨਾਲ, ਕੂੜੀਆਂ ਗੱਲਾਂ ਨੂੰ ਸਿੱਧ ਕਰਕੇ ਉਹਦਾ ਨਤੀਜਾ ਚੰਗਾ ਨਹੀਂ ਨਿਕਲ ਸਕਦਾ। ਕੂੜੀਆਂ ਗੱਲਾਂ ਦਾ ਜਿਹੜਾ ਪੱਲੇ ਪੈਣਾ ਹੈ ਉਹ ਕੂੜ ਪੱਲੇ ਪਵੇਗਾ, ਝੂਠ ਹੀ ਪੱਲੇ ਪਵੇਗਾ। ਪੰਜ ਨਿਵਾਜਾਂ ਵਖਤ ਪੰਜ, ਪੰਜਾਂ ਪੰਜੇ ਨਾਉ। ਇੱਥੇ ਜੋ ਪੰਜਾ ਸ਼ਬਦ ਲਿਖਿਆ ਨਾ, ਪੰਜਾ, ਇਹਨੂੰ ਬਿੰਦੀ ਲਗਾ ਕੇ ਪੜਨਾ ਹੈ। ਪੰਜਾਂ ਪੰਜੇ ਨਾਉ। ਨਿਵਾਜਾਂ, ਇੱਥੇ ਬਿੰਦੀ ਲਗਾ ਕੇ ਪੜਨਾ ਹੈ, ਨਿਵਾਜਾ ਨਹੀਂ ਪੜਨਾ। ਪੰਜ ਨਿਵਾਜਾਂ, ਕਿਉਂਕਿ ਨਿਵਾਜ ਸ਼ਬਦ ਦੇ ਜੱਜੇ ਨਾਲ ਕੰਨਾ ਲਾ ਕੇ ਪਲੂਰਲ ਬਣਾਇਆ ਹੈ। ਤੇ ਜਦੋਂ ਕਿਸੇ ਨਾਉਨ ਦੇ ਨਾਲ ਕੰਨਾ ਲਗਾ ਕੇ ਪਲੂਰਲ ਬਣਾਇਆ ਜਾਂਦਾ ਹੈ ਤਾਂ ਉੱਥੇ ਬਿੰਦੀ ਦਾ ਉਚਾਰਨ ਹੁੰਦਾ ਹੈ। ਪੰਜ ਨਿਵਾਜਾਂ ਵਖਤ ਪੰਜ, ਪੰਜਾਂ ਪੰਜੇ ਨਾਉ। ਤਾਂ ਪੰਜ ਨਿਵਾਜਾਂ ਨੇ। ਪੰਜ ਵਕਤ ਮੁਸਲਮਾਨ ਵੀਰ ਨਮਾਜ਼ ਪੜ੍ਹਦੇ ਨੇ ਤੇ ਉਹਨਾਂ ਪੰਜਾਂ ਦੇ ਨਾਮ ਕੁਛ ਇਸ ਤਰ੍ਹਾਂ ਨੇ ਹੈ: ਨਮਾਜ਼ੇ ਪੇਸ਼ੀਨ, ਨਮਾਜ਼ੇ ਦੀਗਰ, ਨਮਾਜ਼ੇ ਸ਼ਾਮ ਔਰ ਨਮਾਜ਼ੇ ਖੁਫਤਨ। ਇਹ ਪੰਜ ਨਮਾਜ਼ਾਂ ਦੇ ਨਾਮ ਨੇ ਔਰ ਪੰਜ ਉਹਨਾਂ ਦੇ ਟਾਈਮ ਨੇ। ਪੰਜ ਵਕਤ ਉਹ ਨਮਾਜ਼ ਪੜ੍ਹਦੇ ਨੇ। ਤਾਂ ਮੁਸਲਮਾਨਾਂ ਦੀਆਂ ਪੰਜ ਨਮਾਜ਼ਾਂ ਨੇ, ਪੰਜ ਉਹਨਾਂ ਦੇ ਵਕਤ ਨੇ, ਪੰਜ ਹੀ ਉਹਨਾਂ ਨਮਾਜ਼ਾਂ ਦੇ ਵੱਖੋ ਵੱਖਰੇ ਨਾਮ ਨੇ। ਹੁਣ ਗੁਰੂ ਜੀ ਸਾਨੂੰ ਕੀ ਦੱਸ ਰਹੇ ਨੇ ਕਿ ਪਹਿਲਾ ਸੱਚ। ਹੁਣ ਗੁਰੂ ਜੀ ਕਹਿੰਦੇ ਨੇ ਵੀ ਅਸੀਂ ਵੀ ਨਮਾਜ਼ ਅਦਾ ਕਰਦੇ ਹਾਂ, ਪਰ ਉਹ ਨਮਾਜ਼ ਸਾਡੀ ਕਿਹੜੀ ਹੈ, ਜਾਂ ਨਮਾਜ਼ ਪੜ੍ਹਨ ਤੋਂ ਬਾਅਦ ਜਾਂ ਨਮਾਜ਼ ਕੀ ਹੋਣੀ ਚਾਹੀਦੀ ਹੈ? ਪਹਿਲਾ ਸੱਚ। ਸਾਡੇ ਮਤ ਵਿੱਚ ਨਮਾਜ਼ ਇਹ ਹੈ ਕਿ ਸੱਚ ਬੋਲਣਾ ਇਹ ਪਹਿਲੀ ਨਮਾਜ਼ ਹੈ। ਹਲਾਲ ਦੋਏ, ਇੱਥੇ ਵਿਸਰਾਮ ਲਗਾਉਣਾ ਹੈ। ਪਹਿਲਾਂ ਸੱਚ ਤੇ ਵਿਸਰਾਮ ਲਗਾਉਣਾ ਹੈ। ਪਹਿਲਾ ਸੱਚ, ਹਲਾਲ ਦੋਏ। ਪਹਿਲੀ ਨਮਾਜ਼ ਇਹ ਹੈ ਕਿ ਸੱਚ ਬੋਲਣਾ, ਸੱਚ ਸੁਣਨਾ, ਸੱਚ ਵੇਖਣਾ, ਸੱਚ ਕਮਾਣਾ, ਯਾਨੀ ਸੱਚ ਦਾ ਧਾਰਨੀ ਹੋਣਾ। ਹਲਾਲ ਦੋਏ। ਦੂਜੀ ਨਮਾਜ਼ ਇਹ ਹੈ ਕਿ ਹਲਾਲ ਖਾਣਾ। ਹੁਣ ਹਲਾਲ ਖਾਣ ਦਾ ਮਤਲਬ ਇਹ ਨਹੀਂ ਹੈ ਕਿ ਕਿਸੇ ਜੀਵ ਨੂੰ ਉਸ ਤਰ੍ਹਾਂ ਹਲਾਲ ਕਰਕੇ ਖਾਣਾ। ਇੱਥੇ ਹਲਾਲ ਦਾ ਮਤਲਬ ਹੈ ਦਸਾਂ ਨਵਾਂ ਦੀ ਪਵਿੱਤਰ ਕਿਰਤ ਕਰਕੇ ਖਾਣਾ, ਹਰਾਮ ਦਾ ਨਾ ਖਾਣਾ। ਇੱਥੇ ਹਲਾਲ ਦਾ ਮਤਲਬ ਹੈ ਚੰਗੇ ਕਰਮ ਕਰਕੇ ਖਾਣਾ, ਹਲਾਲ, ਚੰਗੀ ਕਿਰਤ। ਤੀਜਾ ਖੈਰ ਖੁਦਾਏ। ਤੇ ਤੀਜੀ ਜਿਹੜੀ ਨਮਾਜ਼ ਹੈ ਨਾ, ਖੈਰ ਖੁਦਾਏ ਦਾ ਮਤਲਬ ਸਾਰਿਆਂ ਤੋਂ, ਸਾਰਿਆਂ ਦਾ ਭਲਾ ਮੰਗਣਾ, ਰੱਬ ਤੋਂ ਸਾਰਿਆਂ ਦਾ ਭਲਾ ਮੰਗਣਾ। ਇਹ ਨਹੀਂ ਕਿ ਮੇਰਾ ਇਕੱਲੇ ਦਾ ਭਲਾ ਹੋਵੇ, ਸਾਰਿਆਂ ਦਾ ਭਲਾ। ਗੁਰਬਾਣੀ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਨਾ, ਕਿਰਪਾ ਕਰਕੇ ਸੁਣੋ ਪ੍ਰਭ ਸਭ ਜਗ ਮੈਂ ਵਰਸੇ ਮੈਂ, ਹੇ ਮਾਲਕ ਰਹਿਮਤ ਕਰ, ਸਾਰੇ ਸੰਸਾਰ ਦੇ ਉੱਤੇ ਕਿਰਪਾ ਦਾ ਮੀਂਹ ਵਰਸਾ, ਸਭ ਦਾ ਭਲਾ, ਕਿਉਂਕਿ ਸਾਰਿਆਂ ਵਿੱਚ ਹੀ ਖੁਦਾ ਹੈ। ਤੀਜੀ ਨਮਾਜ਼ ਇਹ ਹੈ। ਚੌਥੀ ਨੀਅਤ ਰਾਸ ਮਨ। ਜਿਹੜੀ ਚੌਥੀ ਨਮਾਜ਼ ਹੈ ਉਹ ਹੈ ਮਨ ਨੂੰ ਔਰ ਨੀਅਤ ਨੂੰ ਸਾਫ਼ ਰੱਖਣਾ। ਚੌਥੀ ਨਮਾਜ਼ ਹੈ ਮਨ ਔਰ ਨੀਅਤ ਨੂੰ ਸਾਫ਼ ਰੱਖਣਾ। ਮਨ ਨੂੰ ਸਾਫ਼ ਰੱਖਣ ਦਾ ਮਤਲਬ ਹੈ ਕਿ ਜੋ ਸਾਡੇ ਅੰਦਰ ਫੁਰਨੇ ਫੁਰਦੇ ਨੇ, ਉਹ ਫੁਰਨੇ ਸੱਚ ਦੇ ਹੋਣੇ ਚਾਹੀਦੇ ਨੇ, ਦਇਆ ਦੇ, ਪ੍ਰੇਮ ਦੇ, ਨਿਰਭੈਤਾ ਦੇ, ਨਿਰਵੈਰਤਾ ਦੇ। ਅੰਦਰ ਮਾੜਾ ਫੁਰਨਾ ਵੀ ਨਾ ਫੁਰੇ। ਮਾੜਾ ਕਰਮ ਕਰਨਾ ਤਾਂ ਦੂਰ ਦੀ ਗੱਲ, ਮਾੜਾ ਫੁਰਨਾ ਵੀ ਨਾ ਫੁਰੇ। ਤੇ ਨੀਅਤ ਦਾ ਮਤਲਬ, ਨੀਅਤ ਤੁਸੀਂ ਸਮਝਦੇ ਹੋ, ਮੈਂਟੈਲਿਟੀ, ਸੋਚ। ਮਹਾਨਤਾ ਕਿਸੇ ਕੰਮ ਦੀ ਨਹੀਂ ਹੁੰਦੀ, ਮਹਾਨਤਾ ਸੋਚ ਦੀ ਹੁੰਦੀ ਹੈ ਕਿ ਕਿਸ ਸੋਚ ਦੇ ਨਾਲ ਉਹ ਕੰਮ ਕੀਤਾ ਜਾਂਦਾ ਹੈ। ਮਹਾਨਤਾ ਮਿਲਵਰਤਨ ਦੀ ਨਹੀਂ ਹੈ। ਮਹਾਨਤਾ ਮਿਲਵਰਤਨ ਦੇ ਪਿੱਛੇ ਭਾਵਨਾ ਦੀ ਹੈ ਕਿ ਕੋਈ ਕਿਸ ਭਾਵਨਾ ਦੇ ਨਾਲ ਕਿਸੇ ਨੂੰ ਮਿਲ ਵਰਤ ਰਿਹਾ ਹੈ। ਭਾਵਨਾ ਦੇ ਪਿੱਛੇ ਇਹ ਹੈ ਕਿ ਮੈਂ ਇਸ ਬੰਦੇ ਦੇ ਨਾਲ ਮਿਲਵਰਤਨ ਬਣਾਵਾਂ, ਅਮੀਰ ਬੰਦਾ ਹੈ ਤੇ ਫਿਰ ਇਹਦੇ ਨਾਲ ਮਿਲਵਰਤਨ ਬਣਾ ਕੇ ਕੋਈ 10-20 ਹਜ਼ਾਰ ਪਾਉਂਡ ਲਵਾਂ ਤੇ ਫਿਰ ਬਾਅਦ ਦੇ ਵਿੱਚ ਮੁੱਕਰ ਜਾਵਾਂ।
ਮਿਲ ਵਰਤ ਤੇ ਰਿਹਾ ਹੈ ਬੰਦਾ, ਆ ਜਾ ਰਿਹਾ ਹੈ, ਗਿਫਟ ਲੈ ਰਿਹਾ ਹੈ, ਗਿਫਟ ਦੇ ਰਿਹਾ ਹੈ, ਕੰਮ ਆ ਰਿਹਾ, ਲੇਕਿਨ ਨੀਅਤ ਇਹ ਹੈ ਕਿ ਜਦੋਂ ਵੀ ਫਸੇਗਾ ਉਦੋਂ ਮੈਂ ਠੱਗੀ ਮਾਰਨੀ। ਇਹਨੂੰ ਕਹਿੰਦੇ ਨੇ ਨੀਅਤ, ਮੈਂਟੈਲਿਟੀ, ਮਾਨਸਿਕਤਾ, ਸੋਚ। ਜਾਂ ਮਿਲ ਵਰਤ ਰਿਹਾ ਹੈ ਤੇ ਭਾਵਨਾ ਪਿੱਛੇ ਇਹ ਹੈ ਕਿ ਇਸ ਘਰ ਦੇ ਅੰਦਰ ਕੋਈ ਧੀ ਭੈਣ ਸੋਹਣੀ ਸੁਨੱਖੀ ਹੈ ਤੇ ਮੈਂ ਉਹਦੇ ਨਾਲ ਸੰਬੰਧ ਬਣਾਉਣਾ ਹੈ। ਨੀਅਤ ਮਾੜੀ ਹੋ ਗਈ ਨਾ। ਇਸ ਲਈ ਮਹਾਨਤਾ ਮਿਲਵਰਤਨ ਦੀ ਨਹੀਂ ਹੈ। ਮਹਾਨਤਾ ਮਿਲਵਰਤਨ ਦੇ ਪਿੱਛੇ ਭਾਵਨਾ ਕੀ ਹੈ ਉਹਦੀ, ਉਹ ਸਾਫ਼ ਹੋਣੀ ਚਾਹੀਦੀ ਹੈ, ਨੀਅਤ ਸਾਫ਼ ਹੋਵੇ। ਜੇ ਨੀਅਤ ਸਾਫ਼ ਨਹੀਂ ਤਾਂ ਕੁਝ ਵੀ ਨਹੀਂ। ਇਸ ਲਈ ਗੁਰੂ ਜੀ ਨੇ ਕਿਹਾ ਹੈ, ਨਾਨਕ ਘਰ ਹੀ ਬੈਠਿਆਂ ਸ਼ਹੁ ਮਿਲੇ, ਜੇ ਨੀਅਤ ਰਾਸ ਕਰੇ। ਜੇ ਬੰਦਾ ਨੀਅਤ ਨੂੰ ਰਾਸ ਕਰ ਲਵੇ ਨਾ, ਸੋਚ ਨੂੰ, ਤੇ ਰੱਬ ਮਿਲਣਾ ਤੇ ਕੋਈ ਔਖਾ ਨਹੀਂ। ਰੱਬ ਤੇ ਘਰ ਆਣ ਕੇ ਮਿਲੇਗਾ। ਰੱਬ ਨੂੰ ਮਿਲਣਾ ਔਖਾ ਨਹੀਂ ਹੈ, ਨੀਤ ਨੂੰ ਸਾਫ਼ ਕਰਨਾ ਔਖਾ ਹੈ ਬੰਦੇ ਵਾਸਤੇ, ਸੋਚ ਨੂੰ, ਮੈਂਟੈਲਿਟੀ ਨੂੰ। ਇਸ ਲਈ ਆਪਣੇ ਮਨ ਨੂੰ ਔਰ ਨੀਅਤ ਨੂੰ ਰਾਸ ਕਰਨਾ, ਇਹ ਚੌਥੀ ਨਮਾਜ਼ ਹੈ। ਪੰਜਵੀਂ ਸਿਫਤ ਸਨਾਏ। ਸਨਾਏ ਦਾ ਮਤਲਬ ਹੁੰਦਾ ਹੈ ਵਡਿਆਈ। ਸਿਫਤ ਸਨਾਏ ਦਾ ਮਤਲਬ ਹੈ ਸਿਫਤ ਸਲਾਹ। ਤੇ ਪੰਜਵੀਂ ਨਮਾਜ਼ ਹੈ ਸਿਫਤ ਸਲਾਹ ਕਰਨੀ, ਯਾਨੀ ਪੋਜ਼ਿਟਿਵ ਥਿੰਕਿੰਗ, ਸਕਾਰਾਤਮਕ ਸੋਚ, ਸਿਰਫ ਗੁਣਾਂ ਦੀ ਗੱਲ ਕਰਨੀ, ਸਿਫਤ ਸਲਾਹ ਕਰਨੀ, ਇਸ ਦੁਨੀਆ ਦੇ ਅੰਦਰ ਕੁਝ ਚੰਗਾ ਵੇਖਣਾ। ਪੋਜ਼ਿਟਿਵ ਥਿੰਕਿੰਗ ਦਾ ਮਤਲਬ ਇਹ ਹੁੰਦਾ ਹੈ ਕਿ ਮਾੜੀ ਤੋਂ ਮਾੜੀ ਸਿਚੁਏਸ਼ਨ ਦੇ ਅੰਦਰ ਮੈਂ ਚੰਗਾ ਕੀ ਕਰ ਸਕਦਾ ਹਾਂ। ਚਾਰ ਚੁਫੇਰੇ ਗੋਲੀਆਂ ਬਰਸ ਰਹੀਆਂ ਨੇ, ਠਾਂ ਠਾਂ ਦੀ ਆਵਾਜ਼ ਆ ਰਹੀ ਹੈ, ਸੜਾਕ ਸੜਾਕ ਕਰਕੇ ਗੋਲੀਆਂ ਜਾ ਰਹੀਆਂ ਨੇ, ਵਿੰਨ ਰਹੀਆਂ ਨੇ, ਸ਼ਾਂ ਸ਼ਾਂ ਕਰਦੇ ਤੀਰਾਂ ਦੀ ਵਰਸ਼ਾ ਹੋ ਰਹੀ ਹੈ, ਚੀਰ ਵਿੰਨ ਰਹੇ ਨੇ ਸੂਰਮਿਆਂ ਨੂੰ, ਤਲਵਾਰਾਂ ਚੱਲ ਰਹੀਆਂ ਨੇ, ਠਾ ਠਾ ਦੀ ਆਵਾਜ਼ ਆ ਰਹੀ ਹੈ। ਐਸੀ ਸਿਚੁਏਸ਼ਨ ਜੰਗ ਦੀ, ਤੇ ਉਸ ਐਸੀ ਸਿਚੁਏਸ਼ਨ ਦੇ ਅੰਦਰ ਭਾਈ ਕਨਈਆ ਜੀ ਪਾਣੀ ਪਿਲਾ ਰਹੇ ਨੇ ਸਾਰਿਆਂ ਨੂੰ। ਉਸ ਐਸੀ ਸਿਚੁਏਸ਼ਨ ਦੇ ਅੰਦਰ ਭਾਈ ਕਨਈਆ ਜੀ ਮਰਮ ਪੱਟੀ ਕਰ ਰਹੇ ਨੇ। ਇਹਨੂੰ ਕਹਿੰਦੇ ਨੇ ਪੰਜਵੀਂ ਸਿਫਤ ਸੁਨਾਏ, ਪੋਜ਼ਿਟਿਵ ਥਿੰਕਿੰਗ, ਸਕਾਰਾਤਮਕ ਸੋਚ, ਹਰ ਪਲ ਚੰਗਾ ਸੋਚਣਾ, ਚੰਗਾ ਬੋਲਣਾ, ਚੰਗਾ ਕਰਨਾ। ਇਹ ਪੰਜਵੀਂ ਨਮਾਜ਼ ਹੈ। ਕਰਨੀ ਕਲਮਾ ਆਖ ਕੇ, ਇਹ ਪੰਜ ਨਮਾਜ਼ਾਂ ਦੇ ਨਾਲ ਨਾਲ ਕਰਨੀ ਦਾ ਮਤਲਬ ਚੰਗੀ ਕਰਨੀ, ਉੱਚਾ ਆਚਰਨ, ਹਰ ਧੀ ਭੈਣ ਨੂੰ ਧੀ ਭੈਣ ਸਮਝਣਾ, ਹਰ ਵਕਤ ਚੰਗੀ ਕਰਨੀ ਕਰਨੀ, ਇਹ ਕਲਮਾ ਹੈ। ਜਿਵੇਂ ਅਸੀਂ ਮੂਲ ਮੰਤਰ ਕਹਿੰਦੇ ਆ ਨਾ, ਮੁਸਲਮਾਨਾਂ ਦਾ ਆਪਣਾ ਇੱਕ ਮੂਲ ਮੰਤਰ ਕਹਿ ਲਓ, ਜਿਹਨੂੰ ਉਹ ਕਲਮਾ ਕਹਿੰਦੇ ਨੇ, ਲਾ ਇਲਾਹਾ ਇਲੱਲਾਹ ਮੁਹੰਮਦ ਰਸੂਲੁल्लाह, ਇਹਨੂੰ ਕਲਮਾ ਕਹਿੰਦੇ। ਤਾਂ ਉੱਚੀ ਕਰਨੀ ਦਾ ਕਲਮਾ ਹੋਵੇ ਤਾਂ ਮੁਸਲਮਾਨ ਸਦਾਏ, ਤਾਂ ਹੀ ਕੋਈ ਸੱਚਾ ਮੁਸਲਮਾਨ ਅਖਵਾ ਸਕਦਾ ਹੈ। ਤੇ ਜੇ ਇਹ ਗੁਣ ਉਹਦੇ ਵਿੱਚ ਨਹੀਂ ਤਾਂ ਉਹ ਸੱਚਾ ਮੁਸਲਮਾਨ ਨਹੀਂ, ਉਹ ਭੇਖੀ ਮੁਸਲਮਾਨ ਹੈ। ਤੇ ਯਾਦ ਰੱਖਣਾ, ਇਹ ਸਾਰੇ ਗੁਣ ਜੇ ਸਿੱਖ ਵਿੱਚ ਨਹੀਂ ਤੇ ਉਹ ਵੀ ਭੇਖੀ ਹੈ, ਜੇ ਹਿੰਦੂ ਵਿੱਚ ਨਹੀਂ ਤੇ ਉਹ ਵੀ ਭੇਖੀ ਹੈ। ਯਾਨੀ ਕੋਈ ਵੀ ਬੰਦਾ ਜਿਹੜਾ ਆਪਣੇ ਆਪ ਨੂੰ ਧਰਮੀ ਅਖਵਾ ਰਿਹਾ ਹੈ ਪਰ ਉਹਦੇ ਵਿੱਚ ਇਹ ਗੁਣ ਨਹੀਂ ਹਨ ਤਾਂ ਉਹ ਭੇਖੀ ਬੰਦਾ ਹੈ, ਉਹ ਧਰਮੀ ਨਹੀਂ ਹੈ, ਕਿਉਂਕਿ ਉਹ ਗੁਣਾਂ ਦਾ ਧਾਰਨੀ ਨਹੀਂ। ਬਾਹਰਲਾ ਪਹਿਨਾਵਾ ਪਹਿਨਿਆ ਹੈ, ਕਿਸੇ ਵੀ ਧਰਮ ਵਾਲਾ ਪਹਿਨ ਲਓ, ਗੱਲਾਂ ਕਿਸੇ ਵੀ ਧਰਮ ਦੀਆਂ ਕਰ ਲਓ, ਗੱਲਾਂ ਦਾ ਕੀ, ਮੈਂ ਵੀ ਕਰੀ ਜਾ ਰਿਹਾ ਲਗਾਤਾਰ, ਘੰਟਾ ਡੇਢ ਘੰਟਾ ਰੋਜ਼ ਬੋਲਦਾ ਹੀ ਹਾਂ, ਸਵੇਰੇ ਸ਼ਾਮ ਕਥਾ ਕਰਦੇ ਹਾਂ, ਗੱਲਾਂ ਤਾਂ ਮੈਂ ਵੀ ਕਰੀ ਜਾ ਰਿਹਾ, ਗੱਲਾਂ ਤਾਂ ਕੋਈ ਵੀ ਕਰੀ ਜਾਏਗਾ, ਗੱਲਾਂ ਨਾਲ ਕੀ ਹੈ, ਗੱਲ ਤਾਂ ਕਰਨੀ ਦੀ ਹੈ। ਜੇ ਇਹ ਗੁਣ ਨਹੀਂ ਤਾਂ ਬੰਦਾ ਧਰਮੀ ਅਖਵਾਉਣ ਦਾ ਹੱਕਦਾਰ ਨਹੀਂ ਹੈ। ਤਾਂ ਗੁਰੂ ਜੀ ਕਹਿ ਰਹੇ ਨੇ ਕਿ ਹੇ ਮੁਸਲਮਾਨ ਵੀਰੇ, ਜੇ ਇਹ ਕਰਮ ਕਰਦੇ ਹੋ ਤਾਂ ਮੁਸਲਮਾਨ ਸਦਵਾ ਤੂੰ, ਤਾਂ ਤੂੰ ਮੁਸਲਮਾਨ ਸਦਵਾਨ ਦਾ ਹੱਕਦਾਰ ਹੈ। ਪਰ ਇਹ ਗੁਣ ਨਹੀਂ ਤਾਂ ਫਿਰ ਸੱਚਾ ਮੁਸਲਮਾਨ ਅਖਵਾਉਣ ਦਾ ਹੱਕਦਾਰ ਨਹੀਂ, ਫਿਰ ਤੂੰ ਭੇਖੀ ਹੈ। ਨਾਨਕ ਜੇਤੇ ਕੂੜਿਆਰ, ਕੂੜਾ, ਇਹਨੂੰ ਕੂੜੇ ਨਹੀਂ ਪੜਨਾ, ਕੂੜਾ, ਕੂੜੀ ਪਾਏ, ਇਹਨੂੰ ਪਾਏ ਨਹੀਂ ਪੜਨਾ, ਪਾਏ ਪੜਨਾ ਹੈ। ਪਾਏ ਦਾ ਮਤਲਬ ਪਾਇਆ, ਇੱਜ਼ਤ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਿੰਨੇ ਵੀ ਕੂੜਿਆਰ ਨੇ, ਇਹਨਾਂ ਗੁਣਾਂ ਤੋਂ ਜਿਹੜੇ ਖੁੰਝੇ ਹੋਏ ਨੇ, ਜਿਹੜੇ ਗੁਣ ਦੱਸੇ ਨੇ, ਜਿਹੜੇ ਇਹਨਾਂ ਗੁਣਾਂ ਤੋਂ ਖੁੰਝੇ ਨੇ, ਕੂੜਿਆਰ ਦਾ ਮਤਲਬ ਜੋ ਕੂੜ ਦਾ ਘਰ ਨੇ, ਝੂਠ ਦੀ ਏਜੰਸੀ ਨੇ, ਜੋ ਮਨ ਬਚਨ ਕਰਮ ਕਰਕੇ ਸੱਚ ਦੇ ਧਾਰਨੀ ਨਹੀਂ, ਅੰਦਰੋਂ ਹੋਰ ਨੇ ਬਾਹਰੋਂ ਹੋਰ ਨੇ, ਬਾਹਰੋਂ ਧਾਰਮਿਕ ਪਹਿਨਾਵਾ ਪਹਿਨਿਆ ਹੈ, ਬਾਹਰੋਂ ਧਰਮ ਦੀਆਂ ਗੱਲਾਂ ਕਰਦੇ ਨੇ, ਲੇਕਿਨ ਇਹ ਗੁਣ ਨਹੀਂ, ਇਹਨਾਂ ਗੁਣਾਂ ਨੂੰ ਇੰਪਲੀਮੈਂਟ ਨਹੀਂ ਕੀਤਾ।
ਤਾਂ ਗੁਰੂ ਜੀ ਕਹਿੰਦੇ ਨੇ ਜਿੰਨੇ ਵੀ ਐਸੇ ਝੂਠੇ ਲੋਕ ਨੇ, ਕੂੜੇ ਦਾ ਮਤਲਬ ਝੂਠੇ ਦੀ ਕੂੜੀ ਪਾਏ, ਝੂਠਿਆਂ ਦੀ ਇੱਜ਼ਤ ਵੀ ਝੂਠੀ ਹੁੰਦੀ ਹੈ, ਉਹਨਾਂ ਦੀ ਪਾਇਆ ਵੀ ਝੂਠੀ ਹੁੰਦੀ ਹੈ, ਉਹਨਾਂ ਦੀ ਨੀਂਹ ਹੀ ਕਮਜ਼ੋਰ ਹੈ, ਉਹਨਾਂ ਦੀ ਕਦਰ ਵੀ ਝੂਠੀ ਹੈ, ਉਹਨਾਂ ਨੂੰ ਸੱਚੀ ਇੱਜ਼ਤ ਨਹੀਂ ਮਿਲੇਗੀ। ਕਿਵੇਂ ਇੱਜ਼ਤ ਮਿਲੇਗੀ ਸੱਚੀ? ਕਿ ਜਿਹੜਾ ਬੰਦਾ ਝੂਠ ਬੋਲਦਾ ਹੈ, ਜਿਹੜਾ ਡਰੱਗੀ ਬੰਦਾ ਹੈ, ਚੋਰੀ ਕਰਦਾ ਹੈ ਜਾਂ ਮਾੜੇ ਕਰਮ ਕਰਦਾ ਹੈ, ਉਹਨੂੰ ਆਪਣੇ ਘਰ ਇਨਵਾਈਟ ਕਰੋਗੇ? ਕੋਈ ਵੀ ਨਹੀਂ ਕਰਦਾ। ਜਿਹੜਾ ਡਰੱਗੀ ਬੰਦਾ ਹੈ, ਜਿਹੜਾ ਝੂਠਾ ਹੈ, ਜਿਹੜਾ ਨਸ਼ਈ ਹੈ, ਚੋਰੀਆਂ ਕਰਦਾ ਹੈ, ਉਹਨੂੰ ਤੇ ਬੰਦਾ ਘਰ ਵੜਨ ਨਹੀਂ ਦਿੰਦਾ। ਅਖਬਾਰਾਂ ਦੇ ਵਿੱਚ ਖਬਰਾਂ ਛਪਦੀਆਂ ਨੇ ਕਿ ਮੈਂ ਆਪਣੇ ਅਮਕੇ ਪੁੱਤਰ ਨੂੰ ਆਪਣੀ ਚਲ ਔਰ ਅਚਲ ਸੰਪत्ति ਤੋਂ ਬੇਦਖਲ ਕਰਦਾ ਹਾਂ, ਕਿਉਂਕਿ ਉਹ ਮੇਰੀ ਆਗਿਆ ਵਿੱਚ ਨਹੀਂ ਹੈ, ਉਹਦੇ ਨਾਲ ਮੇਰਾ ਅੱਜ ਤੋਂ ਕੋਈ ਵਿਵਹਾਰ ਨਹੀਂ, ਉਹਦੇ ਨਾਲ ਮਿਲਵਰਤਨ ਕਰਨ ਵਾਲਾ ਖੁਦ ਜ਼ਿੰਮੇਵਾਰ ਹੋਵੇਗਾ। ਪਿਓ ਵੀ ਇਹ ਇਸ਼ਤਿਹਾਰ ਛਪਵਾ ਦਿੰਦੇ ਨੇ, ਅਖਬਾਰਾਂ ਵਿੱਚ ਪੜ੍ਹਦੇ ਹਾਂ ਅਸੀਂ। ਕਿਉਂ? ਕਿਉਂਕਿ ਕੰਮ ਮਾੜੇ ਨੇ ਨਾ, ਐਸਿਆਂ ਨੂੰ ਤੇ ਮਾਪੇ ਵੀ ਘਰੋਂ ਕੱਢ ਦਿੰਦੇ ਨੇ। ਤੇ ਜਿਹੜੇ ਐਸੇ ਬੰਦੇ ਹੁਣ ਸਾਡੇ ਰਿਸ਼ਤੇਦਾਰ, ਅਸੀਂ ਦੂਜਿਆਂ ਨੂੰ ਵੀ ਕਹਿੰਦੇ ਆ ਫਲਾਂ ਬੰਦੇ ਨੂੰ, ਉਹ ਨਾ ਉਹਨੂੰ ਨਾ ਵਿਆਹ ਦੇ ਵਿੱਚ ਸੱਦੀ, ਐਵੇਂ ਕਲੇਸ਼ ਪਾਣਾ ਹੀ ਹੁੰਦਾ। ਉਹ ਜਿੱਥੇ ਜਾਏ ਕਲੇਸ਼ ਪਾਉਂਦਾ, ਅਸੀਂ ਕਹਿੰਦੇ ਆ ਨਾ। ਤਾਂ ਰੱਬ ਦੇ ਦਰ ਤੇ ਐਸੇ ਬੰਦੇ ਕਿਵੇਂ ਸਤਿਕਾਰ ਪਾ ਲੈਣਗੇ? ਇਸ ਲਈ ਗੁਰੂ ਜੀ ਕਹਿੰਦੇ ਨੇ ਪਿਆਰਿਓ, ਜਿਹੜੇ ਝੂਠੇ ਨੇ ਉਹਨਾਂ ਦੀ ਪਾਇਆ ਹੀ ਝੂਠੀ ਹੁੰਦੀ ਹੈ, ਉਹਨਾਂ ਨੂੰ ਕਦਰ ਨਹੀਂ ਮਿਲਦੀ, ਉਹਨਾਂ ਨੂੰ ਆਦਰ ਸਤਿਕਾਰ ਨਹੀਂ ਮਿਲਦਾ। ਅੱਗੇ ਮਰਨ ਤੋਂ ਬਾਅਦ ਸਵਰਗ ਦੀਆਂ ਤੇ ਬਹਿਸ਼ਤ ਦੀਆਂ ਤੇ ਗੱਲਾਂ ਦੂਰ ਦੀਆਂ, ਇੱਥੇ ਵੀ ਉਹਨਾਂ ਨੂੰ ਕਦਰ ਨਹੀਂ ਮਿਲਦਾ, ਕਿਤੇ ਵੀ ਨਹੀਂ ਮਿਲਦਾ। ਕੂੜੀ ਪਾਇਆ ਹੈ। ਹੁਣ ਅੱਗੇ ਦੱਸ ਰਹੇ ਨੇ ਪੌੜੀ ਦੇ ਅੰਦਰ ਕਿ ਇਹ ਦੁਨੀਆ ਵਿੱਚ ਦੋ ਤਰ੍ਹਾਂ ਦੇ ਲੋਕ ਨੇ। ਇੱਕ ਰਤਨ ਪਦਾਰਥ ਵਣਜ ਦੇ, ਇੱਕ ਕੱਚੇ ਦੇ ਵਪਾਰਾ। ਜੇ ਤੇ ਇੱਕ ਦੇ ਕੱਕੇ ਨਾਲ ਹੁੰਦਾ ਨਾ ਔਂਕੜ, ਫਿਰ ਇੱਕ ਦੀ ਗੱਲ ਹੋਣੀ ਸੀ ਕਿ ਉਹ ਮੇਲ ਜੈਂਡਰ ਹੋਣਾ ਸੀ। ਜੇ ਇੱਕ ਦਾ ਕੱਕਾ ਮੁਕਤਾ ਹੁੰਦਾ, ਫਿਰ ਉਹ ਫੀਮੇਲ ਜੈਂਡਰ ਹੋਣਾ ਸੀ। ਜਿਵੇਂ ਜਪਜੀ ਸਾਹਿਬ ਵਿੱਚ ਨਾ ਗੁਰਾ ਇੱਕ ਦੇਹ ਬੁਝਾਈ, ਤੇ ਜਦੋਂ ਇੱਕ ਦੇ ਕੱਕੇ ਦੇ ਨਾਲ ਸਿਹਾਰੀ ਹੋਵੇ ਉਦੋਂ ਇਹ ਪਲੂਰਲ ਸ਼ਬਦ ਹੁੰਦਾ ਹੈ, ਉਦੋਂ ਬਹੁਤਿਆਂ ਦੀ ਗੱਲ ਹੁੰਦੀ ਹੈ। ਇੱਥੇ ਇੱਕ ਦੀ ਗੱਲ ਨਹੀਂ, ਇੱਥੇ ਕਈਆਂ ਦੀ ਗੱਲ ਹੈ। ਇੱਕ ਦਾ ਮਤਲਬ ਕਈ, ਅਨੇਕਾਂ। ਇੱਕ ਰਤਨ ਪਦਾਰਥ ਵਣਜਦੇ, ਇਸ ਦੁਨੀਆ ਦੇ ਅੰਦਰ ਕਈ ਲੋਕ ਉਹ ਨੇ ਜੋ ਕੀਮਤੀ ਰਤਨ ਵਿਹਾਜਦੇ ਨੇ। ਇੱਕ ਕੱਚੇ ਦੇ ਵਪਾਰਾ, ਕੱਚੇ ਦਾ ਮਤਲਬ ਕੱਚ, ਇੱਕ ਉਹ ਨੇ ਜੋ ਕੱਚ ਦਾ ਵਪਾਰ ਕਰਦੇ ਨੇ, ਟੁੱਟਾ ਸ਼ੀਸ਼ਾ ਇਕੱਠਾ ਕਰਦੇ ਫਿਰਦੇ ਨੇ, ਕੌਡੀਆਂ ਇਕੱਠੀਆਂ ਕਰਦੇ ਫਿਰਦੇ ਨੇ। ਹੁਣ ਰਤਨ ਪਦਾਰਥ ਔਰ ਕੱਚ ਕੀ ਹੈ? ਇੱਥੇ ਆ ਦੁਨਿਆਵੀ ਵਪਾਰ ਦੀ ਗੱਲ ਨਹੀਂ, ਸਿਰਫ ਮਿਸਾਲ ਹੈ। ਇੱਕ ਰਤਨ ਪਦਾਰਥ ਦਾ ਮਤਲਬ ਹੈ ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵਿਰਾਗ, ਨਿਮਾਨਤਾ, ਸੇਵਾ, ਸਿਮਰਨ, ਪ੍ਰੇਮ, ਕੁਰਬਾਨੀ ਆਦਿਕ ਸ਼ੁਭ ਗੁਣ, ਉੱਚਾ ਆਚਰਨ। ਇੱਕ ਤੇ ਇਹ ਵਿਹਾਜ ਰਹੇ ਨੇ, ਇੱਕ ਨਾ ਤੇ ਆਪਣੇ ਦਿਮਾਗ ਦੇ ਅੰਦਰ, ਮਨ ਬੁੱਧੀ ਦੇ ਅੰਦਰ, ਆਪਣੇ ਵਿਹਾਰ ਵਿੱਚ, ਬੋਲਾਂ ਵਿੱਚ, ਆਚਰਨ ਦੇ ਅੰਦਰ ਇਹ ਗੁਣ ਭਰੇ ਹੋਏ ਨੇ, ਇਹਨਾਂ ਗੁਣਾਂ ਦੇ ਧਾਰਨੀ ਨੇ। ਤੇ ਕਈ ਉਹ ਨੇ ਜਿਹੜੇ ਕੱਚ ਦੇ ਵਪਾਰੀ ਨੇ। ਕੱਚ ਕੀ ਹੈ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਆਸਾ, ਤ੍ਰਿਸ਼ਨਾ, ਚੁਗਲੀ, ਨਿੰਦਾ, ਝੂਠ, ਫਰੇਬ, ਚੋਰੀਆਂ, ਯਾਰੀਆਂ, ਬੇਈਮਾਨੀਆਂ, ਠੱਗੀਆਂ, ਪਹਿਨਾਮੀਆਂ, ਪਾਪ, ਅਪਰਾਧ, ਮੇਰ, ਤੇਰ, ਭਰੂਣ ਹੱਤਿਆ, ਜਾਤੀਵਾਦ, ਲੜਾਈ, ਦੰਗੇ, ਫਸਾਦ, ਇਹ ਸਾਰੇ ਕੱਚ ਨੇ। ਦੋ ਤਰ੍ਹਾਂ ਦੇ ਲੋਕ ਨੇ, ਇੱਕ ਜੋ ਗੁਣ ਵਿਹਾਜ ਰਹੇ ਨੇ ਤੇ ਇੱਕ ਜੋ ਅਵਗੁਣ ਵਿਹਾਜ ਰਹੇ ਨੇ। ਸਤਿਗੁਰ ਤੁਠੇ ਪਾਈਨ, ਅੰਦਰ ਰਤਨ ਭੰਡਾਰਾ। ਹੁਣ ਜੇ ਸਾਡਾ ਸਵਾਲ ਹੋਵੇ ਕਿ ਇਹ ਜਿਹੜੇ ਸ਼ੁਭ ਗੁਣ ਨੇ, ਇਹਨਾਂ ਨੂੰ ਪਾਈਏ ਕਿੱਥੋਂ, ਕਿਵੇਂ ਮਿਲਣ? ਗੱਲ ਤੇ ਸਮਝ ਆ ਗਈ। ਹੁਣ ਪਿਛਲੀ ਵਿਚਾਰ ਕਰਕੇ ਇਹ ਗੱਲ ਤਾਂ ਸਪਸ਼ਟ ਹੋ ਗਈ ਕਿ ਜੋ ਬੰਦਾ ਸ਼ੁਭ ਗੁਣਾਂ ਦਾ ਧਾਰਨੀ ਹੋਏਗਾ, ਚੰਗਾ ਆਚਰਣ ਬਣਾਏਗਾ, ਜਿਸ ਦੇ ਅੰਦਰ ਮਨੁੱਖਤਾ ਦਾ ਪ੍ਰੇਮ ਹੈ, ਜੋ ਸਰਬੱਤ ਦਾ ਭਲਾ ਮੰਗਦਾ ਹੈ, ਜਿਹਦਾ ਐਸਾ ਆਚਰਣ ਆਦਰਸ਼ ਹੈ, ਉਹ ਬੰਦਾ ਮਹਾਨ ਹੈ, ਉਹ ਸੁਖੀ ਔਰ ਸ਼ਾਂਤ ਹੈ, ਉਹ ਰੱਬ ਦੇ ਦਰ ਤੇ ਪ੍ਰਵਾਨ ਹੈ। ਤੇ ਜਿਹੜਾ ਬੰਦਾ ਇਹ ਕੰਮ ਨਹੀਂ ਕਰਦਾ, ਵਿਖਾਵੇ ਦੀਆਂ ਨਮਾਜ਼ਾਂ ਪੜ੍ਹ ਰਿਹਾ ਹੈ, ਵਿਖਾਵੇ ਦੀ ਪਾਠ ਪੂਜਾ ਕਰ ਰਿਹਾ ਹੈ, ਵਿਖਾਵੇ ਦੇ ਤੀਰਥ ਨਹਾ ਰਿਹਾ ਹੈ, ਵਿਖਾਵੇ ਦੇ ਧਰਮ ਦੇ ਕੱਪੜੇ ਮੇਰੀ ਤਰ੍ਹਾਂ ਪਾਈ ਬੈਠਾ ਹੈ, ਲੇਕਿਨ ਆਚਰਨ ਚੰਗਾ ਨਹੀਂ ਹੈ, ਤਾਂ ਉਹ ਰੱਬ ਦੇ ਦਰ ਤੇ ਪ੍ਰਵਾਨ ਨਹੀਂ। ਇਹ ਗੱਲ ਸਾਡੀ ਸਮਝ ਵਿੱਚ ਬਹਿ ਗਈ। ਹੁਣ ਅਗਲਾ ਸਵਾਲ ਇਹ ਹੈ ਕਿ ਇਹ ਜਿਹੜੇ ਰਤਨ ਪਦਾਰਥ ਨੇ, ਸ਼ੁਭ ਗੁਣ ਨੇ, ਹੈ ਕਿੱਥੇ ਨੇ ਤੇ ਇਹਨਾਂ ਨੂੰ ਪਾਈਏ ਕਿਵੇਂ? ਸਾਧਨ ਕੀ ਹੈ, ਕਿੱਥੋਂ ਮਿਲਣਗੇ?
ਤਾਂ ਗੁਰੂ ਜੀ ਕਹਿੰਦੇ ਨੇ ਸਤਿਗੁਰ ਤੁਠੇ ਪਾਈਆਂ। ਤੁਠੇ ਦਾ ਮਤਲਬ ਜੇ ਤਰੁੱਠ ਪਵੇ, ਜੇ ਗੁਰੂ ਤਰੁੱਠ ਪਵੇ, ਗੁਰੂ ਕਿਰਪਾ ਕਰੇ, ਗੁਰੂ ਗਿਆਨ ਦੀ ਦਾਤ ਦਵੇ, ਤਾਂ ਪਾਈਆਂ ਦਾ ਮਤਲਬ ਤਾਂ ਅਸੀਂ ਇਹਨਾਂ ਨੂੰ ਪਾ ਸਕਦੇ ਹਾਂ, ਪਾਏ ਜਾ ਸਕਦੇ ਨੇ ਗੁਰੂ ਦੀ ਕਿਰਪਾ ਰਾਹੀਂ। ਗੁਰੂ ਦੀ ਕਿਰਪਾ ਮੀਨਸ ਗੁਰੂ ਦਾ ਗਿਆਨ, ਗੁਰੂ ਦਾ ਦਿੱਤਾ ਵੇ ਆਫ ਲਾਈਫ। ਤੇ ਇਹ ਜਿਹੜੇ ਗੁਣ ਨੇ ਹੈ ਕਿੱਥੇ ਨੇ? ਮੰਨ ਲਓ ਗੁਰੂ ਨੇ ਗਿਆਨ ਦੀ ਦਾਤ ਦੇ ਦਿੱਤੀ, ਗੁਰੂ ਦੀ ਕਿਰਪਾ ਹੋ ਗਈ, ਤੇ ਹੈ ਕਿੱਥੇ ਨੇ? ਹੁਣ ਉਹ ਗੁਣ ਕਿੱਥੋਂ ਲਿਆਈਏ ਜਾ ਕੇ, ਕਿੱਥੋਂ ਮਿਲਣਗੇ? ਗੁਰੂ ਜੀ ਕਹਿੰਦੇ ਨੇ ਅੰਦਰ ਰਤਨ ਭੰਡਾਰਾ, ਤੁਹਾਡੇ ਅੰਦਰ ਰਤਨਾਂ ਦੇ ਭੰਡਾਰ ਭਰੇ ਪਏ ਨੇ, ਅੰਦਰ ਰਤਨਾਂ ਦੇ ਭੰਡਾਰ ਭਰੇ ਪਏ ਨੇ, ਹਰ ਇੱਕ ਦੇ ਅੰਦਰ ਭਰੇ ਪਏ ਨੇ। ਔਰ ਇਹ ਹਕੀਕਤ ਹੈ, ਸੱਚਾਈ ਹੈ, ਰੋਜ਼ ਅਸੀਂ ਵਿਚਾਰ ਕਰ ਰਹੇ ਹਾਂ ਕਿ ਦੁਨੀਆ ਦੇ ਅੰਦਰ ਇੱਕ ਵੀ ਇਨਸਾਨ ਐਸਾ ਨਹੀਂ ਜਿਹਦੇ ਅੰਦਰ ਗੁਣ ਨਾ ਹੋਣ, ਜਿਹਦੇ ਅੰਦਰ ਸੱਚਾਈ ਨਾ ਹੋਵੇ, ਦਇਆ ਨਾ ਹੋਵੇ, ਨਿਰਭੈਤਾ ਨਾ ਹੋਵੇ, ਇਨਸਾਨੀਅਤ ਨਾ ਹੋਵੇ, ਪ੍ਰੇਮ ਨਾ ਹੋਵੇ, ਵਿਸ਼ਵਾਸ ਨਾ ਹੋਵੇ, ਵਿਲ ਪਾਵਰ ਨਾ ਹੋਵੇ। ਐਸਾ ਇੱਕ ਵੀ ਬੰਦਾ ਨਹੀਂ, ਸਾਰਿਆਂ ਦੇ ਅੰਦਰ ਇਹ ਮੌਜੂਦ ਨੇ। ਹਾਂ, ਇਹ ਗੱਲ ਅਸੀਂ ਸਾਰੇ ਕਹਿ ਸਕਦੇ ਹਾਂ ਕਿ ਅਸੀਂ ਇਹਨਾਂ ਗੁਣਾਂ ਨੂੰ ਯੂਜ਼ ਨਹੀਂ ਕਰਦੇ, ਵਰਤਦੇ ਨਹੀਂ, ਅੰਦਰੋਂ ਇਹਨਾਂ ਨੂੰ ਅਸੀਂ ਵਰਤਿਆ ਨਹੀਂ। ਤਾਂ ਗੁਰੂ ਜੀ ਕਹਿੰਦੇ ਨੇ ਸਤਿਗੁਰ ਤੁਠੇ ਪਾਈਨ, ਅੰਦਰ ਰਤਨ ਭੰਡਾਰਾ, ਹਰ ਇਨਸਾਨ ਦੇ ਅੰਦਰ ਸ਼ੁਭ ਗੁਣਾਂ ਦਾ ਅਮੁੱਲਕ ਖਜ਼ਾਨਾ ਹੈ। ਜਦੋਂ ਗੁਰੂ ਦਾ ਗਿਆਨ ਮਿਲਦਾ ਹੈ, ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਬੰਦਾ ਅਪਣਾਉਂਦਾ ਹੈ, ਗੁਰੂ ਗਿਆਨ ਦੀ ਵਰਤੋਂ ਕਰਦਾ ਹੈ, ਤਾਂ ਫਿਰ ਅੰਦਰੋਂ ਹੀ ਇਹ ਗੁਣ ਜਿਹੜੇ ਨੇ ਪ੍ਰਗਟ ਹੋ ਜਾਂਦੇ ਨੇ, ਬਾਹਰੋਂ ਨਹੀਂ ਲਿਆਣੇ ਪੈਂਦੇ, ਗੁਰੂ ਦੇ ਗਿਆਨ ਰਾਹੀਂ ਸਾਨੂੰ ਮਿਲ ਜਾਂਦੇ ਨੇ। ਵਿਣ ਗੁਰ ਕਿਨੈ ਨਾ ਲੱਥਿਆ, ਅੰਧੇ ਭੌਂਕ ਮੂਏ ਕੂੜਿਆਰਾ। ਜੇ ਭੌਕ ਸ਼ਬਦ ਲਿਖਿਆ ਨਾ, ਭੌਕ, ਇੱਥੇ ਊੜੇ ਤੇ ਬਿੰਦੀ ਲਗਾ ਕੇ ਪੜਾਂਗੇ, ਭੌਂਕ, ਜਿਵੇਂ ਭੌਂਕਣਾ, ਜਿਵੇਂ ਕੁੱਤਾ ਭੌਂਕਦਾ ਹੈ। ਵਿਣ ਗੁਰ ਕਿਨੈ ਨਾ ਲੱਥਿਆ, ਗੁਰੂ ਤੋਂ ਬਿਨਾਂ ਕਿਸੇ ਨੇ ਵੀ ਇਹ ਸ਼ੁਭ ਗੁਣ ਪ੍ਰਾਪਤ ਨਹੀਂ ਕੀਤੇ। ਯਾਨੀ ਗੁਰੂ ਦੇ ਗਿਆਨ ਦੀ ਸਹੀ ਵਰਤੋਂ ਕਰਨ ਤੋਂ ਬਿਨਾਂ ਐਸੀ ਜ਼ਿੰਦਗੀ ਕਦੇ ਵੀ ਕਿਸੇ ਨੂੰ ਨਹੀਂ ਮਿਲੀ। ਜੇ ਮਿਲੀ ਹੈ ਤੇ ਦੱਸੋ। ਗਿਆਨ ਤੇ ਸਾਰਿਆਂ ਦੇ ਕੋਲ ਹੈ ਨਾ, ਪਰ ਗਿਆਨ ਦੀ ਵਰਤੋਂ ਅਸੀਂ ਕਿਵੇਂ ਕਰਨੀ ਹੈ ਉਹਦੇ ਤੇ ਡਿਪੈਂਡ ਕਰੇਗਾ। ਹੁਣ ਗਿਆਨ ਹੀ ਹੈ ਨਾ, ਕਿਸੇ ਦੀ ਚੋਰੀ ਕਰਨੀ, ਬਿਨਾਂ ਗਿਆਨ ਤੋਂ ਚੋਰੀ ਥੋੜਾ ਹੁੰਦੀ ਹੈ। ਘਰ ਦੀ ਨੁਕਸਾਨ ਲਾਣੀ, ਘਰ ਵੇਖਣਾ ਕਿਸ ਪਾਸਿਓਂ ਅਸੀਂ ਅੰਦਰ ਜਾ ਸਕਦੇ ਹਾਂ, ਕਿਵੇਂ ਅਸੀਂ ਕਿਹੜੇ ਦਰਵਾਜ਼ੇ ਨੂੰ ਤੋੜ ਸਕਦੇ ਹਾਂ, ਕਿਵੇਂ ਅੰਦਰ ਦਾਖਲ ਹੋਣਾ ਹੈ, ਜੇ ਘਰ ਦੇ ਜਾਗ ਕੇ ਤੇ ਕਿਵੇਂ ਭੱਜ ਕੇ ਬਚਣਾ ਹੈ। ਗਿਆਨ ਤੇ ਹੋਣਾ ਚਾਹੀਦਾ ਨਾ, ਬਿਨਾਂ ਗਿਆਨ ਤੋਂ ਤਾਂ ਬੰਦਾ ਸਿੱਧੀਆਂ ਜੁੱਤੀਆਂ ਹੀ ਖਾਏਗਾ। ਚੋਰ ਦੇ ਕੋਲ ਵੀ ਗਿਆਨ ਹੈ। ਅੱਜ ਦਾ ਜਿਹੜਾ ਚੋਰੀ ਦਾ ਸਾਧਨ ਨੇ, ਹੁਣ ਕਿੰਨੇ ਵੱਡੇ ਵੱਡੇ ਹੈਕਰ ਬੈਠੇ ਨੇ, ਕਿਸੇ ਦੀ ਵੈਬਸਾਈਟ ਹੈਕ ਕਰ ਲਈ, ਬੈਂਕ ਖਾਤੇ ਹੈਕ ਕਰ ਲਏ, ਕਿੰਨੀਆਂ ਖਬਰਾਂ ਛਪਦੀਆਂ ਨੇ ਕਿ ਕਿੰਨੇ ਲੋਕਾਂ ਦੇ ਬੈਂਕਾਂ ਦੇ ਵਿੱਚੋਂ ਪੈਸੇ ਕਢਾ ਲਏ ਕਿਸੇ ਨੇ, ਘਰ ਬੈਠਿਆਂ ਹੀ। ਚੋਰੀ ਹੈ ਨਾ। ਗਿਆਨ ਤੇ ਹੈ ਲੇਕਿਨ ਵਰਤੋਂ ਗਲਤ ਹੈ ਉਸ ਗਿਆਨ ਦੀ। ਤੇ ਗੁਰੂ ਸਾਨੂੰ ਗਿਆਨ ਦੀ ਸਹੀ ਵਰਤੋਂ ਸਿਖਾਉਂਦਾ ਹੈ। ਵਿਣ ਗੁਰ ਕਿਨੈ ਨਾ ਲੱਥਿਆ, ਗੁਰੂ ਦੀ ਹਜ਼ੂਰੀ ਵਿੱਚ ਆਉਣ ਤੋਂ ਬਿਨਾਂ, ਯਾਨੀ ਗੁਰੂ ਅਨੁਸਾਰੀ ਤੁਰਨ ਤੋਂ ਬਿਨਾਂ, ਗਿਆਨ ਦੀ ਸਹੀ ਵਰਤੋਂ ਕਰਨ ਤੋਂ ਬਿਨਾਂ ਕਿਸੇ ਨੇ ਵੀ ਇਹਨਾਂ ਗੁਣਾਂ ਦੀ ਪ੍ਰਾਪਤੀ ਨਹੀਂ ਕੀਤੀ। ਜੇ ਗਿਆਨ ਦੀ ਮੱਤ ਦੀ ਵਰਤੋਂ ਸਹੀ ਨਹੀਂ ਕਰੋਗੇ ਤੇ ਕੋਈ ਵੀ ਨਹੀਂ ਪਾ ਸਕਿਆ। ਅੰਧੇ ਭੌਂਕ ਮੂਏ ਕੂੜਿਆਰਾ, ਅੰਧੇ ਦਾ ਮਤਲਬ ਅਗਿਆਨੀ, ਭੌਂਕ ਦਾ ਮਤਲਬ ਭੌਂਕ ਭੌਂਕ ਕੇ ਤਰਲੇ ਲੈ ਲੈ ਕੇ, ਮਾਇਆ ਦੀ ਖਾਤਰ ਦਰ ਦਰ ਤੇ ਤਰਲੇ ਲੈਂਦੇ ਮਰ ਜਾਂਦੇ ਨੇ। ਕੂੜਿਆਰਾ ਦਾ ਮਤਲਬ ਜਿਹੜੇ ਝੂਠੇ ਨੇ, ਜਿਹੜੇ ਅਗਿਆਨੀ ਨੇ, ਜੋ ਗਿਆਨ ਦੀ ਗਲਤ ਵਰਤੋਂ ਕਰਦੇ ਨੇ, ਝੂਠ ਬੋਲਦੇ ਨੇ, ਉਹ ਦਰ ਦਰ ਦੇ ਉੱਤੇ ਭੌਂਦੇ ਫਿਰਦੇ ਆਖਿਰ ਭਟਕ ਭਟਕ ਕੇ ਆਤਮਿਕ ਮੌਤੇ ਮਰ ਜਾਂਦੇ ਨੇ। ਉਹਨਾਂ ਦੇ ਅੰਦਰੋਂ ਇਨਸਾਨੀਅਤ ਮੁੱਕ ਜਾਂਦੀ ਹੈ। ਉਹਨਾਂ ਨੂੰ ਸਾਰੀ ਜ਼ਿੰਦਗੀ ਕਿਤੇ ਸ਼ਾਂਤੀ ਨਹੀਂ ਮਿਲਦੀ, ਸਾਰੀ ਜ਼ਿੰਦਗੀ ਕਿਤੇ ਖੁਸ਼ੀ ਨਹੀਂ ਮਿਲਦੀ। ਔਰ ਐਸੇ ਲੋਕ ਤੁਹਾਨੂੰ ਚਾਰ ਚੁਫੇਰੇ ਮਿਲ ਜਾਣਗੇ। ਅਸੀਂ ਖੁਦ ਵੀ ਐਸੇ ਕਈ ਵਾਰ ਹੁੰਦੇ ਆ, ਅਸੀਂ ਭਟਕਦੇ ਆ, ਪਰ ਸ਼ਾਂਤੀ ਨਹੀਂ ਹੈ ਨਾ। ਇਹਦਾ ਮਤਲਬ ਇਹ ਨਹੀਂ ਕਿ ਜੇ ਮੈਂ ਗੱਲਾਂ ਕਰ ਰਿਹਾ ਤੇ ਮੈਂ ਬੜਾ ਸ਼ਾਂਤ ਹਾਂ, ਮੈਂ ਵੀ ਅਸ਼ਾਂਤ ਹੋ ਸਕਦਾ ਹਾਂ। ਜੇ ਮੈਂ ਗੁਣਾਂ ਦਾ ਧਾਰ ਨਹੀਂ ਹੋਵਾਂਗਾ ਤਾਂ ਹੀ ਹੈ ਨਾ। ਨਿਰੀਆਂ ਗੱਲਾਂ ਕਰ ਕਰਕੇ ਮੈਂ ਜਿੰਨਾ ਮਰਜ਼ੀ ਗੱਲਾਂ ਕਰੀ ਜਾਵਾਂ, ਪਰ ਜੇ ਮੇਰੇ ਅੰਦਰ ਇਹ ਗੁਣ ਨਹੀਂ, ਜੇ ਮੈਂ ਆਪਣੀ ਖੋਪਰੀ ਦੀ ਗਿਆਨ ਦੀ ਵਰਤੋਂ ਸਹੀ ਨਹੀਂ ਕਰਦਾ, ਤਾਂ ਮੈਂ ਵੀ ਇਸ ਦੁਨੀਆ ਦੇ ਉੱਤੇ ਭਟਕ ਭਟਕ ਕੇ ਆਤਮਿਕ ਮੌਤ ਤੇ ਮਰ ਜਾਵਾਂਗਾ। ਇਨਸਾਨੀਅਤ ਅੰਦਰੋਂ ਖਤਮ ਹੋ ਜਾਏਗੀ। ਐਸੇ ਲੋਕਾਂ ਦੀ ਇਨਸਾਨੀਅਤ ਖਤਮ ਹੋ ਜਾਂਦੀ ਹੈ। ਮਨਮੁਖ ਦੂਜੈ ਪਛ ਮੂਏ, ਦੂਜੇ ਨਹੀਂ ਪੜਨਾ, ਦੂਜੈ ਨਾ ਬੂਝੈ ਵਿਚਾਰਾ।
ਇੱਥੇ ਬੁੱਝਣਾ ਸ਼ਬਦ ਜਿਹੜਾ ਹੈ ਕਿਰਿਆਵਾਚੀ ਹੈ, ਤੇ ਜਦੋਂ ਵੀ ਕਿਰਿਆਵਾਚੀ ਹਾਹੇ ਨਾਲ ਸਿਹਾਰੀ ਹੋਏ ਉਹ ਬਹੁਵਚਨੀ ਸ਼ਬਦ ਹੁੰਦਾ ਹੈ। ਉੱਥੇ ਬਿੰਦੀ ਦਾ ਪਾਠ ਹੋਏਗਾ, ਨਾ ਬੂਝੈ ਵਿਚਾਰਾ, ਇੱਥੇ ਬਹੁਵਚਨੀ ਗੱਲ ਹੈ। ਮਨਮੁਖ ਦਾ ਮਤਲਬ ਆਪ ਹੁਦਰੇ ਮਨੁੱਖ, ਜੋ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਨਹੀਂ ਜੀਂਦੇ, ਜੋ ਰੱਬੀ ਰਜ਼ਾ ਭਾਣੇ ਵਿੱਚ ਨਹੀਂ ਤੁਰਦੇ, ਸਿਸਟਮ ਨੂੰ ਫੋਲੋ ਨਹੀਂ ਕਰਦੇ। ਦੂਜੇ ਦਾ ਮਤਲਬ ਦੂਜੇ ਵਿੱਚ, ਪਚ ਦਾ ਮਤਲਬ ਖੱਪ ਕੇ। ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਨੇ, ਦੂਜੇ ਪਚ ਮੂਏ ਦਾ ਮਤਲਬ ਉਹ ਮਾਇਆ ਦੇ ਵਿੱਚ ਖਚ ਕੇ, ਖੱਪ ਕੇ, ਖਚਿਤ ਹੋ ਕੇ ਆਤਮਕ ਮੌਤ ਤੇ ਮਰ ਜਾਂਦੇ ਨੇ। ਤੇ ਮਾਇਆ ਕੀ ਹੈ, ਇਹ ਆਪਾਂ ਰੋਜ਼ ਵਿਚਾਰ ਕਰ ਹੀ ਰਹੇ ਹਾਂ। ਮਾਇਆ ਦਾ ਮਤਲਬ ਪੈਸਾ ਨਹੀਂ ਹੈ, ਪੈਸਾ ਤੇ ਬੰਦੇ ਦੀ ਲੋੜ ਹੈ। ਪੈਸਾ ਤਾਂ ਬੰਦੇ ਦੀ ਜ਼ਰੂਰਤ ਹੈ। ਜੇ ਅਸੀਂ ਆਪਣੇ ਰਿਸ਼ਤੇਦਾਰ ਨੂੰ ਮਿਲਣ ਵਾਸਤੇ ਜਾਣਾ ਹੈ ਦੁੱਖ ਸੁੱਖ ਦੇ ਵਿੱਚ, ਤੇ ਸਾਡੇ ਕੋਲ ਪੈਸਾ ਚਾਹੀਦਾ ਹੈ। ਬੱਸ ਤੇ ਜਾਣਾ ਤੇ ਕਿਰਾਇਆ ਚਾਹੀਦਾ, ਕਾਰ ਤੇ ਜਾਣਾ ਤੇ ਪੈਟਰੋਲ ਪਾਉਣਾ ਪਵੇਗਾ, ਇੰਡੀਆ ਜਾਣਾ ਹੈ ਹਵਾਈ ਜਹਾਜ਼ ਦੀ ਟਿਕਟ ਵੀ ਲੈਣੀ ਪਏਗੀ, ਕੋਈ 50 60 70 ਹਜ਼ਾਰ ਲੱਖ ਰੁਪਇਆ ਹੋਰ ਵੀ ਨਾਲ ਚਾਹੀਦਾ। ਤੇ ਜੇ ਕਿਸੇ ਰਿਸ਼ਤੇਦਾਰ ਨੇ ਸਾਡੇ ਘਰ ਆਉਣਾ ਹੈ ਤਾਂ ਵੀ ਸਾਨੂੰ ਪੈਸਾ ਚਾਹੀਦਾ, ਜ਼ਿਆਦਾ ਨਹੀਂ ਤੇ ਬਿਸਕੁਟ ਤੇ ਲਿਆਵਾਂਗੇ ਨਾ ਚਾਹ ਦੇ ਨਾਲ। ਬਿਸਕਿਟ ਨਾ ਵੀ ਲਿਆਵੀਏ, ਅਸੀਂ ਚਾਹ ਤੇ ਪਿਆਵਾਂਗੇ, ਰੋਟੀ ਤੇ ਉਹਨੂੰ ਖਵਾਵਾਂਗੇ ਨਾ, ਤੇ ਚਾਹ ਰੋਟੀ ਵਾਸਤੇ ਪੈਸਾ ਤੇ ਚਾਹੀਦਾ। ਇਸ ਲਈ ਪੈਸਾ ਮਾਇਆ ਨਹੀਂ ਹੈ। ਰਿਸ਼ਤੇ ਨਾਤੇ ਔਰਤ ਜਿਹੜੀ ਇਹ ਮਾਇਆ ਨਹੀਂ ਹੈ। ਮਾਇਆ ਇੱਕ ਮੈਂਟੈਲਿਟੀ ਦਾ ਨਾਮ ਹੈ, ਮਾਇਆ ਇੱਕ ਸੋਚ ਦਾ ਨਾਮ ਹੈ, ਜੋ ਆਪਾਂ ਰੋਜ਼ ਵਿਚਾਰ ਕਰ ਰਹੇ ਹਾਂ, ਬਾਰ-ਬਾਰ ਦੁਹਰਾਉਣ ਦੀ ਲੋੜ ਨਹੀਂ ਹੈ। ਪਰ ਫਿਰ ਵੀ ਉਹ ਸੋਚ ਜੋ ਸਾਨੂੰ ਸਾਰਿਆਂ ਦੇ ਨਾਲ ਰੱਬ ਵਰਗਾ ਵਿਹਾਰ ਨਹੀਂ ਕਰਨ ਦਿੰਦੀ, ਉਹ ਸੋਚ ਜੋ ਸਾਡੇ ਅੰਦਰ ਮੇਰ ਤੇਰ ਦੇ ਵਿਤਕਰੇ ਪੈਦਾ ਕਰਦੀ ਹੈ, ਉਹ ਸੋਚ ਜੋ ਸਾਡੇ ਅੰਦਰ ਸੈਲਫਿਸ਼ਨੈਸ ਪੈਦਾ ਕਰਦੀ ਹੈ, ਉਹ ਮਾਇਆ ਹੈ। ਤੇ ਇਸ ਮਾਇਆ ਦੇ ਅੰਦਰ ਜਿਹੜੇ ਆਪ ਹੁਦਰੇ ਮਨੁੱਖ ਨੇ ਖੱਪ ਕੇ ਆਤਮਕ ਮੌਤ ਤੇ ਮਰ ਜਾਂਦੇ ਨੇ। ਨਾ ਬੂਝੇ ਵਿਚਾਰਾ, ਪਰ ਉਹਨਾਂ ਨੂੰ ਅਸਲ ਵਿਚਾਰ ਨਹੀਂ ਸੁਝਦੀ, ਸਚਾਈ ਨਹੀਂ ਸਮਝਦੇ। ਉਹਨਾਂ ਨੂੰ ਸਚਾਈ ਦੀ ਸਮਝ ਨਹੀਂ ਆਉਂਦੀ, ਗੁਰੂ ਦੇ ਗਿਆਨ ਦੀ ਉਹਨਾਂ ਨੂੰ ਸਮਝ ਨਹੀਂ ਆਉਂਦੀ। ਗੁਰੂ ਗਿਆਨ ਮੁਤਾਬਕ ਉਹ ਜ਼ਿੰਦਗੀ ਜੀਂਦੇ ਨਹੀਂ, ਉਸ ਅਸਲ ਵਿਚਾਰ ਨੂੰ ਨਹੀਂ ਸਮਝਦੇ, ਉਸ ਅਸਲ ਵਿਚਾਰ ਨੂੰ ਨਹੀਂ ਅਪਣਾਉਂਦੇ, ਸਗੋਂ ਇਸ ਸੋਚ ਦੇ ਅੰਦਰ ਖੱਪ ਕੇ ਮਰ ਜਾਂਦੇ ਨੇ। ਆਪ ਵੀ ਖੱਪਦੇ ਨੇ, ਦੂਜਿਆਂ ਨੂੰ ਵੀ ਖਪਾਉਂਦੇ ਨੇ। ਕਈ ਵਾਰ ਘਰਾਂ ਦੇ ਵਿੱਚ ਇੱਕ ਐਸਾ ਜੀ ਹੁੰਦਾ ਹੈ, ਕੱਲਾ ਜੀ ਹੀ ਸਾਰੇ ਘਰ ਨੂੰ ਤਬਾਹ ਕਰ ਦਿੰਦਾ ਹੈ, ਰਿਸ਼ਤਿਆਂ ਨਾਤਿਆਂ ਨੂੰ ਤੋੜ ਦਿੰਦਾ ਹੈ। ਆਪ ਵੀ ਖਪਿਆ, ਦੂਜਿਆਂ ਨੂੰ ਵੀ ਖਪਾਇਆ। ਇਸ ਲਈ ਆਪ ਹੁਦਰੇਪਨ ਨੂੰ ਛੱਡਣਾ ਹੈ, ਗੁਰੂ ਦੀ ਵਿਚਾਰ ਨੂੰ ਸਮਝਣਾ ਹੈ, ਯੂਨੀਵਰਸਲ ਟਰੁਥ ਨੂੰ ਸਮਝਣਾ ਹੈ, ਸੱਚ ਨੂੰ ਸਮਝਣ ਦਾ ਯਤਨ ਕਰਨਾ ਹੈ। ਅਗਲਾ ਬਚਨ ਕਰਦੇ ਨੇ, ਇਕਸ ਬਾਝੋਂ, ਇੱਥੇ ਥੋੜਾ ਜਿਹਾ ਰੁਕਣਾ ਹੈ। ਦੂਜਾ ਕੋ ਨਹੀਂ, ਕਿਸ ਅੱਗੇ ਕਰਹਿ ਪੁਕਾਰਾ, ਇਹਨੂੰ ਕਰਹਿ ਨਹੀਂ, ਕਰਹਿ ਬਹੁਵਚਨੀ ਸ਼ਬਦ ਹੈ। ਇਕਸ ਬਾਝੋਂ, ਦੂਜਾ ਕੋ ਨਹੀਂ। ਹੁਣ ਐਸੀ ਜਿਹੜੀ ਪੁਕਾਰ ਕਰਨੀ ਹੈ ਵਿਕਾਰਾਂ ਦੀ, ਕਿ ਦੁੱਖਾਂ ਤੋਂ ਬਚਣ ਲਈ, ਤਾਂ ਗੁਰੂ ਜੀ ਕਹਿੰਦੇ ਨੇ ਪੁਕਾਰ ਵੀ ਕਿਹਦੇ ਅੱਗੇ ਕਰੀਏ, ਇੱਕ ਤੋਂ ਬਿਨਾ ਹੋਰ ਕੋਈ ਹੈ ਹੀ ਨਹੀਂ। ਕਿਸ ਅੱਗੇ ਕਰੇ ਪੁਕਾਰਾ, ਹੁਣ ਕਿਹਦੇ ਅੱਗੇ ਪੁਕਾਰ ਕਰੀਏ? ਪੁਕਾਰ ਕਰਨ ਦਾ ਕੋਈ ਫਾਇਦਾ ਵੀ ਨਹੀਂ। ਜੇ ਪੁਕਾਰਾਂ ਕਰੋਗੇ ਵੀ, ਆਪਣੇ ਕਰਮ ਨਾ ਬਦਲੋ, ਤੇ ਪੁਕਾਰਾਂ ਕਰਨ ਦਾ ਕੋਈ ਫਾਇਦਾ ਨਹੀਂ ਨਿਕਲਣਾ। ਲੋਕਾਂ ਨੇ ਪੁਕਾਰਾਂ ਕਰ ਕਰਕੇ ਵੇਖ ਲਈਆਂ ਨੇ, ਔਰ ਪੁਕਾਰਾਂ ਕਰ ਰਹੇ ਨੇ, ਤੀਰਥਾਂ ਤੇ ਨਹਾ ਰਹੇ ਹਨ। ਤਾਂ ਇਹ ਪੁਕਾਰ ਹੀ ਹੈ ਨਾ ਵੀ ਤੀਰਥਾਂ ਤੇ ਨਹਾਤਿਆਂ ਸਾਡੇ ਘਰ ਕਲੇਸ਼ ਨਾ ਪਏਗਾ, ਉੱਥੇ ਅਸੀਂ ਕੜਾਹ ਪ੍ਰਸ਼ਾਦ ਕਰਾਏ ਆ, ਜਾਂ ਕਿਸੇ ਵੀ ਤੀਰਥ ਤੇ ਜਾ ਕੇ ਪਤਾਸੇ ਚੜਾਏ ਆ, ਜਾਂ ਪਾਠ ਪੂਜਾ ਕਰਾਏ ਆ, ਪਰ ਕਰਮ ਨਾ ਬਦਲੋ, ਤਾਂ ਇੱਕ ਪੁਕਾਰ ਹੀ ਹੈ ਨਾ, ਉਹਦਾ ਕੋਈ ਫਾਇਦਾ ਨਹੀਂ ਹੋਣਾ। ਜੋਤਸ਼ੀ ਅੱਗੇ ਪੁਕਾਰ ਕਰਕੇ ਵੇਖ ਲਓ, ਕਰਦੇ ਨੇ ਲੋਕੀ ਪੁਕਾਰਾਂ। ਲੋਕਾਂ ਨੇ ਵੱਡੇ ਵੱਡੇ ਜੋਤਸ਼ੀ ਰੱਖੇ ਹੋਏ ਨੇ, ਆਪਣੇ ਫੈਮਿਲੀ ਜੋਤਸ਼ੀ ਨੇ, ਲੋਕਾਂ ਦੇ ਫੈਮਿਲੀ ਸੰਤ ਨੇ, ਫੈਮਿਲੀ ਬਾਬੇ ਨੇ, ਕਰ ਰਹੇ ਨੇ ਪੁਕਾਰਾਂ। ਔਰ ਹੈਰਾਨੀ ਇਹ ਹੈ, ਜਿਨ੍ਹਾਂ ਅੱਗੇ ਪੁਕਾਰਾਂ ਕਰ ਰਹੇ ਆ, ਉਹ ਆਪ ਮੰਗਦੇ ਫਿਰਦੇ ਨੇ। ਪਿੰਡਾਂ ਦੇ ਵਿੱਚ ਆਉਂਦੇ ਨੇ, ਜੋਗੀ ਜੇ ਕੱਪੜੇ ਪਾਏ ਹੁੰਦੇ ਨੇ, ਸੱਪ ਫੜਿਆ ਹੁੰਦਾ, ਲੈ ਵੀ ਭਗਤਾ ਤੈਨੂੰ ਗਿੱਦੜ ਸਿੰਘੀ ਦੇ ਦਊਗੀ। ਇਹ ਗਿੱਦੜ ਸਿੰਘੀ ਰੱਖਣੀ ਹੈ, ਸੰਦੂਰ ਦੇ ਵਿੱਚ ਰੱਖਣੀ ਹੈ, ਸ਼ਾਮ ਸਵੇਰੇ ਇਹਨੂੰ ਧੂਫ ਦੇਣੀ ਹੈ, ਤੇਰੀ ਲਾਟਰੀ ਨਿਕਲ ਆਏਗੀ, ਬੱਚੇ ਦੀ ਨੌਕਰੀ ਲੱਗ ਜਾਏਗੀ, ਘਰ ਵਾਲੀ ਤੇਰੇ ਆਖੇ ਲੱਗੇਗੀ, ਔਰ ਬੱਚੇ ਤੇਰੇ ਆਖੇ ਲੱਗਣਗੇ, ਧਨ ਦੇ ਨਾਲ ਮਾਲਾ ਮਾਲ ਹੋ ਜਾਏਗਾ। ਬਾਬਿਆਂ ਦੀ ਭੇਟਾ 11 ਰੁਪਏ। ਬੰਦਾ ਪੁੱਛੇ ਵੀ ਬੰਦੇ ਦਾ ਪੁੱਤਰਾ, ਤੂੰ ਆਪਣੇ ਘਰ ਰੱਖ ਜਿਹੜੀ ਆ ਗਿੱਦੜ ਸਿੰਘੀ ਹੈ, ਤੂੰ 11 ਮੰਗਦਾ ਫਿਰਨਾ। ਰੋਟੀ ਤੂੰ ਕਿਸੇ ਤੋਂ ਮੰਗ ਰਿਹਾ, ਚਾਹ ਕਿਸੇ ਤੋਂ ਮੰਗ ਕੇ ਪੀ ਰਿਹਾ। ਤੇ ਇਹੋ ਜਿਹੇ ਅੰਨੇ ਲੋਕ ਉਹ ਨੇ ਅਗਿਆਨੀ, ਜਿਹੜੇ ਉਹ ਗਿੱਦੜ ਸਿੰਘੀ ਲੈ ਰਹੇ ਨੇ।
ਇਹ ਵਿਚਾਰਾ ਨਾ ਬੂਝੇ ਵਿਚਾਰਾ, ਵਿਚਾਰ ਨਹੀਂ ਕਿਸ ਅੱਗੇ ਪੁਕਾਰ ਕਰਕੇ ਵੇਖ ਲੋ, ਕਰ ਕਰਕੇ ਵੇਖ ਲਈਆਂ ਪੁਕਾਰਾਂ, ਬਾਬਿਆਂ ਦੇ ਕੋਲ ਪੁਕਾਰਾਂ ਕਰ ਕਰਕੇ ਵੇਖ ਲਈਆਂ, ਕੀ ਉਹ ਪੁਕਾਰਾਂ ਪੂਰੀਆਂ ਹੋਈਆਂ? ਕੋਈ ਪੁਕਾਰ ਕਰਨ ਦਾ ਲਾਭ ਤਾਂ ਨਹੀਂ ਕਿਉਂਕਿ ਕੋਈ ਬਾਬਾ, ਕੋਈ ਜੋਤਸ਼ੀ ਰੱਬੀ ਸਿਸਟਮ ਨੂੰ ਬਦਲ ਨਹੀਂ ਸਕਦਾ। ਇਹ ਚੀਜ਼ ਬਹੁਤ ਗਹੁ ਦੇ ਨਾਲ ਸੁਣਨ ਵਾਲੀ ਔਰ ਸਮਝਣ ਵਾਲੀ ਹੈ ਕਿ ਕੀ ਕੋਈ ਬਾਬਾ, ਕੋਈ ਜੋਤਸ਼ੀ, ਕੋਈ ਮੰਤਰੀ, ਕੋਈ ਭਾਈ, ਕੋਈ ਮੁੱਲਾ, ਕੋਈ ਮੌਲਾਨਾ, ਕੋਈ ਸਾਇੰਟਿਸਟ, ਕੋਈ ਰਾਜਨੀਤਿਕ, ਕੋਈ ਪ੍ਰਬੰਧਕ, ਕੋਈ ਸੱਜਣ ਰੱਬ ਦੇ ਸਿਸਟਮ ਨੂੰ ਬਦਲ ਸਕਦਾ ਹੈ? ਕਿ ਹੁਣ ਗਰਮੀ ਪੈ ਰਹੀ ਹੈ ਤੇ ਉਹ ਮੰਤਰ ਮਾਰੇ ਤੇ ਗਰਮੀਆਂ ਤੋਂ ਬਸੰਤ ਬਾਹਰ ਆ ਜਾਏ? ਹਾਂ, ਆ ਜਿਹੜਾ ਸਿਸਟਮ ਨੂੰ ਸਮਝਿਆ ਹੈ, ਏਸੀ ਲਾ ਕੇ ਆਪਣੇ ਘਰ ਠੰਡ ਕਰ ਲੋ, ਗੱਲ ਵੱਖਰੀ ਹੈ। ਜੇ ਕੋਈ ਕਵੇ ਕਿ ਸੂਰਜ ਨੂੰ ਅਜੇ ਘੰਟਾ ਕੁ ਲੇਟ ਚੜਾਈਏ ਤਾਂ ਕੀ ਐਵੇਂ ਹੋ ਸਕਦਾ ਹੈ? ਤਾਂ ਫਿਰ ਪੁਕਾਰਾਂ ਕਰਨ ਦਾ ਫਾਇਦਾ ਕੀ ਹੈ? ਇਸ ਲਈ ਜ਼ਰੂਰਤ ਹੈ ਰੱਬ ਦੇ ਸਿਸਟਮ ਵਿੱਚ ਰਹਿਣ ਦੀ, ਸਿਸਟਮ ਨੂੰ ਸਮਝਣ ਦੀ। ਇੱਕ ਸਵਾਜੋਂ ਦੂਜਾ ਕੋਈ ਨਹੀਂ, ਇੱਕ ਤੋਂ ਬਿਨਾਂ ਦੂਜਾ ਹੈ ਹੀ ਨਹੀਂ, ਕਿਸ ਅੱਗੇ ਕਰੇ ਪੁਕਾਰਾ? ਕਿਹਦੇ ਅੱਗੇ ਪੁਕਾਰ ਕਰੋਗੇ ਜਿਹੜਾ ਇਸ ਹੁਕਮ ਨੂੰ ਬਦਲ ਦੇਵੇ, ਜਿਹੜਾ ਸਿਸਟਮ ਨੂੰ ਬਦਲ ਦੇਵੇ? ਕੋਈ ਸਿਸਟਮ ਐਸਾ ਹੈ, ਜਿਵੇਂ ਅਸੀਂ ਬਾਬਿਆਂ ਕੋਲ ਜਾਂਦੇ ਹਾਂ, ਬਾਬਾ ਜੀ ਅਰਦਾਸ ਕਰ ਦਿਓ ਕਿ ਸਾਡਾ ਬੱਚਾ ਐਮਏ ਦੇ ਪੇਪਰ ਦੇਣ ਚੱਲਿਆ, ਇਹ ਡਾਕਟਰ ਬਣ ਜਾਏ ਜਾਂ ਐਮਏ ਚੋਂ ਪਾਸ ਹੋ ਜਾਵੇ ਜਾਂ ਕੁਛ। ਕੋਈ ਸਿਸਟਮ ਐਸਾ ਹੈ ਕਿ ਬੱਚਾ ਮਿਹਨਤ ਨਾ ਕਰੇ ਤੇ ਬਾਬਾ ਮੰਤਰ ਮਾਰੇ ਤੇ ਬੱਚਾ ਪਾਸ ਹੋ ਜਾਏ? ਕੋਈ ਐਸਾ ਸਿਸਟਮ ਹੈ ਕਿ ਤੁਸੀਂ ਮੈਨੂੰ ਕਹੋ ਜਾਂ ਮੈਂ ਤੁਹਾਨੂੰ ਕਹਾਂ ਕਿ ਤੁਹਾਡਾ ਬੱਚਾ ਹੈ, ਇਹਨੂੰ ਤੁਸੀਂ ਸਕੂਲ ਭੇਜਿਆ ਕਰੋ, ਇਹਨੂੰ ਅਸੀਂ ਮਰਸਡੀਜ਼ ਕਾਰ ਲੈ ਦਿੰਦੇ ਹਾਂ, ਹੋਸਟਲ ਦਾ ਖਰਚਾ ਮੈਂ ਕਰਾਂਗਾ, ਇਹਨੂੰ ਜੋ ਵੀ ਇਹ ਸਾਰਾ ਖਰਚਾ ਪਾਣੀ ਹੋਏਗਾ, ਪੜ੍ਹਾਈ ਇਹ ਕਰੇ ਤੇ ਸ਼ਰਤ ਇਹ ਹੈ ਕਿ ਮੇਰਾ ਬੱਚਾ ਸਕੂਲ ਨਹੀਂ ਜਾਏਗਾ ਤੇ ਇੰਜੀਨੀਅਰ ਮੇਰਾ ਬੱਚਾ ਬਣ ਜਾਏ? ਐਵੇਂ ਹੋ ਸਕਦਾ? ਕੋਈ ਬਾਬਾ ਕਰ ਸਕਦਾ ਹੈ? ਤਾਂ ਫਿਰ ਪੁਕਾਰਾ ਕਰਨ ਦਾ ਫਾਇਦਾ ਕੀ ਹੋਇਆ? ਇਹਦਾ ਮਤਲਬ ਸਿਸਟਮ ਨੂੰ ਫੋਲੋ ਕਰਨਾ ਪੈਣਾ ਨਾ। ਇੰਜੀਨੀਅਰ ਬਣਨ ਵਾਸਤੇ ਮੇਰੇ ਬੱਚੇ ਨੂੰ ਮਿਹਨਤ ਕਰਨੀ ਪੈਣੀ ਹੈ। ਤੇ ਜੇ ਮੈਂ ਤੁਹਾਨੂੰ ਕਹਾਂ ਵੀ ਮੈਨੂੰ ਚੜਿਆ ਬੁਖਾਰ ਤੇ ਮੈਂ ਤੁਹਾਨੂੰ 1100 ਪਾਉਂਡ ਦੇ ਦਿੰਦਾ, ਪੈਰਾਸੀਟਾਮੋਲ ਦੀ ਗੋਲੀ ਤੁਸੀਂ ਖਾ ਲਓ, ਬੁਖਾਰ ਮੇਰਾ ਉਤਰਦਾ, ਕੀ ਐਵੇਂ ਹੋ ਸਕਦਾ? ਜਾਂ ਤੁਸੀਂ ਮੈਨੂੰ ਕਹੋ ਵੀ ਗਿਆਨੀ ਜੀ ਬੁਖਾਰ ਅੱਜ ਹੋਇਆ ਹੈ, ਮੈਨੂੰ ਸਿਰ ਪੀੜ ਹੁੰਦੀ ਹੈ ਤੇ ਤੁਸੀਂ ਦੋ ਗੋਲੀਆਂ ਪੈਰਾਸੀਟਾਮੋਲ ਦੀਆਂ ਖਾ ਲਿਓ, ਤੁਹਾਡੇ ਖਾਤੇ ਵਿੱਚ ਮੈਂ 1100 ਪਾਉਂਡ ਪਾ ਦਾਂਗਾ ਤੇ ਮੇਰੀ ਬੁਖਾਰ ਉਤਰ ਜਾਏ? ਕੀ ਉਤਰ ਜਾਏਗਾ? ਮੈਂ ਤੇ 4 ਖਾ ਲਾਂਗਾ, ਲੇਕਿਨ ਤੁਹਾਡਾ ਬੁਖਾਰ ਥੋੜੀ ਉਤਰੇਗਾ, ਤੁਹਾਡਾ ਸਿਰ ਪੀੜ। ਹਾਂ, ਮੈਂ ਜੇ 4 ਬਿਨਾ ਮਤਲਬ ਤੋਂ ਖਾਵਾਂਗਾ, ਮੇਰਾ ਨੁਕਸਾਨ ਹੋ ਸਕਦਾ ਥੋੜਾ ਬਹੁਤ, ਤੁਹਾਡਾ ਬੁਖਾਰ ਤੇ ਨਹੀਂ ਨਾ ਉਤਰਦਾ। ਇਹ ਤਾਂ ਗੱਲ ਪੱਕੀ ਹੈ ਨਾ। ਤੇ ਹੁਣ ਜੇ ਤੁਸੀਂ ਇਹ ਗੱਲ ਕਹੋ ਕਿ ਭਾਈ ਜੀ ਤੁਹਾਨੂੰ ਅਸੀਂ 1100 ਪਾਉਂਡ ਭੇਟਾ ਦੇ ਦਿਆਂਗੇ, ਪਾਠ ਤੁਸੀਂ ਕਰੋ ਤੇ ਫਲ ਸਾਨੂੰ ਮਿਲ ਜਾਏ, ਮੁਕਤੀ ਸਾਡੀ ਹੋ ਜਾਏ, ਸਾਡੇ ਬਾਪੂ ਦੀ ਮੁਕਤੀ ਹੋ ਜਾਏ, ਪਾਠ ਤੁਸੀਂ ਕਰੋ, ਕੀ ਐਵੇਂ ਹੋ ਸਕਦਾ? ਤਾਂ ਗੁਰੂ ਜੀ ਕਹਿੰਦੇ ਨੇ ਇੱਕ ਸਬਾਝੋਂ ਦੂਜਾ ਕੋ ਨਹੀਂ, ਕਿਸ ਅੱਗੇ ਕਰੇ ਪੁਕਾਰਾ। ਇੱਕ ਤੋਂ ਬਿਨਾ ਦੂਜਾ ਕੋਈ ਹੈ ਹੀ ਨਹੀਂ, ਕਿਹਦੇ ਅੱਗੇ ਪੁਕਾਰ ਕਰੀਏ? ਪੁਕਾਰਾ ਕਰਨ ਦਾ ਕੋਈ ਲਾਭ ਨਹੀਂ ਹੈ, ਕਿਉਂਕਿ ਸਿਸਟਮ ਤੋਂ ਬਾਹਰ ਕੁਝ ਨਹੀਂ ਹੋ ਸਕਦਾ, ਕੋਈ ਸਿਸਟਮ ਨੂੰ ਨਹੀਂ ਬਦਲ ਸਕਦਾ। ਇਸ ਲਈ ਉਸ ਇੱਕ ਦੇ ਹੁਕਮ ਵਿੱਚ ਤੁਰੋ, ਸਿਸਟਮ ਨੂੰ ਫੋਲੋ ਕਰੋ, ਇੱਕ ਦੇ ਨਾਲ ਜੁੜੋ, ਅੰਦਰੋਂ ਬਾਹਰੋਂ ਇੱਕ ਹੋਵੋ, ਆਪਣੇ ਅੰਦਰੋਂ ਉਸ ਇੱਕ ਨੂੰ ਪ੍ਰਗਟ ਕਰੋ, ਆਪਣੇ ਅੰਦਰੋਂ ਉਹਨਾਂ ਗੁਣਾਂ ਨੂੰ ਪ੍ਰਗਟ ਕਰੋ, ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਵੋ। ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇੱਕ ਨਿਰਤਨ ਸਦਾ ਭੌਂਕਦੇ, ਇਹਨੂੰ ਭੌਂਕਦੇ ਨਹੀਂ ਪੜਨਾ, ਭੌਂਕਦੇ। ਇੱਕ ਨਾ ਭਰੇ ਤੁਜਾਰਾ, ਤੁਜਾਰਾ ਦਾ ਮਤਲਬ ਖਜ਼ਾਨੇ, ਤਿਜੋਰੀਆਂ। ਇੱਕ ਦਾ ਮਤਲਬ ਕਈ ਨਿਰਤਨ ਗਰੀਬ ਨੇ, ਕੰਗਾਲ ਨੇ, ਭੌਂਕਦੇ ਦਾ ਮਤਲਬ ਭੌਂਕਦੇ ਫਿਰਦੇ ਨੇ। ਭੌਂਕਣ ਦਾ ਮਤਲਬ ਤਰਲੇ ਲੈਣਾ ਹੁੰਦਾ ਹੈ ਕਿ ਕੁਝ ਲੋਕ, ਕਈ ਲੋਕ ਐਸੇ ਨੇ ਜਿਹੜੇ ਕੰਗਾਲ ਨੇ ਔਰ ਤਰਲੇ ਲੈਂਦੇ। ਇੱਕ ਨਾ ਭਰੇ ਤੁਜਾਰਾ ਤੇ ਇੱਕ ਐਸੇ ਨੇ ਜਿਨ੍ਹਾਂ ਨੇ ਖਜ਼ਾਨੇ ਭਰੇ ਹੋਏ ਨੇ। ਇੱਥੇ ਗੱਲ ਦੁਨਿਆਵੀ ਧਨ ਦੀ ਨਹੀਂ ਹੋ ਰਹੀ। ਇੱਥੇ ਨਿਰਧਨ ਕੌਣ ਹੈ? ਕਹੋ ਕਬੀਰ ਨਿਰਧਨ ਹੈ ਸੋਈ, ਜਾ ਕੇ ਹਿਰਦੇ ਨਾਮ ਨਾ ਹੋਈ। ਸੋ ਤਨ ਸੇ ਧਨਵੰਤ ਕੁਲਵੰਤ ਪਤਵੰਤ, ਉਹ ਕੁਲਵੰਤ ਨੇ, ਉਹ ਪਤਵੰਤ ਨੇ, ਉਹ ਧਨਵੰਤ ਨੇ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਰੱਬੀ ਗੁਣ ਵਸਦੇ ਨੇ। ਹੁਣ ਇੱਕ ਤੇ ਉਹ ਨੇ ਜਿਨ੍ਹਾਂ ਨੇ ਖਜ਼ਾਨੇ ਭਰੇ ਹੋਏ ਨੇ, ਜਿਨ੍ਹਾਂ ਦੇ ਅੰਦਰ ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵੈਰਾਗ, ਨਿਮਾਨਤਾ, ਸੇਵਾ, ਸਿਮਰਨ, ਪ੍ਰੇਮ, ਕੁਰਬਾਨੀ, ਨਿਰਭੈਤਾ, ਨਿਰਵੈਰਤਾ, ਇਨਸਾਨੀਅਤ ਆਦਿਕ ਦੇ ਸ਼ੁਭ ਜਜ਼ਬੇ ਨੇ ਪ੍ਰੇਮ ਦੇ ਨਾਲ ਲਵਾਲਵ ਭਰੇ ਹੋਏ ਨੇ। ਉਹਨਾਂ ਗੁਣਾਂ ਨੂੰ ਵਰਤ ਰਹੇ ਨੇ, ਮਨ ਕਰਕੇ, ਬਚਨ ਕਰਕੇ, ਖੁਸ਼ੀਆਂ ਮਾਣ ਰਹੇ ਨੇ, ਚੜ੍ਹਦੀ ਕਲਾ ਵਿੱਚ ਨੇ, ਆਰੇ ਤੇ ਚੜ੍ਹਦੇ ਹੋਏ ਵੀ ਖੁਸ਼ ਨੇ। ਇੱਕ ਨਿਰਤਨ ਤੇ ਇੱਕ ਇਹਨਾਂ ਗੁਣਾਂ ਤੋਂ ਸਖਣੇ ਤਰਲੇ ਲੈਂਦੇ ਫਿਰਦੇ ਨੇ।
ਗੁਣ ਨਹੀਂ ਹਨ, ਗੁਣਾ ਤੋਂ ਸਖਣੇ ਕੰਗਾਲ ਤਰਲੇ ਲੈਂਦੇ ਫਿਰਦੇ ਨੇ। ਆ ਜਿੰਨੇ ਵੀ ਤੁਹਾਡੇ ਬਾਬੇ ਨੇ, ਇਹ ਸਭ ਇਹਨਾਂ ਨਿਰਧਨਾ ਕਰਕੇ ਪੈਦਾ ਹੋਏ ਨੇ, ਤਰਲੇ ਲੈਣ ਵਾਲਿਆਂ ਕਰਕੇ। ਆਪ ਕੁਝ ਕਰਨਾ ਨਹੀਂ ਤੇ ਤਰਲੇ ਲੈਂਦੇ ਫਿਰਨਾ, ਸ਼ਾਇਦ ਇਹ ਕੁਝ ਕਰ ਦੇਵੇ, ਦੂਜਾ ਕਰ ਦੇ, ਤੀਜਾ ਕਰ ਦੇ, ਚੌਥਾ ਕਰ ਦੇ। ਸ਼ਾਇਦ ਇੱਥੇ ਪੀਰ ਤੇ ਮੱਥਾ ਟੇਕਣ ਦੇ ਨਾਲ ਕੁਝ ਹੋ ਜਾਏ, ਸ਼ਾਇਦ ਆ ਚਾਰ ਜਾਪ ਜਪਣ ਦੇ ਨਾਲ ਕੁਝ ਹੋ ਜਾਵੇ। ਨਿਰਧਨ ਲੇਕਿਨ ਅੰਦਰੋਂ ਕੰਗਾਲ ਨੇ, ਅੰਦਰ ਗੁਣ ਨਹੀਂ। ਤਾਂ ਹੁਣ ਸਾਡੇ ਤੇ ਡਿਪੈਂਡ ਕਰਦਾ ਹੈ ਕਿ ਅਸੀਂ ਇਹ ਖਜ਼ਾਨੇ ਭਰਨੇ ਚਾਹੁੰਦੇ ਹਾਂ ਕਿ ਕੰਗਾਲ ਰਹਿਣਾ ਚਾਹੁੰਦੇ ਹਾਂ। ਹੁਣ ਖਜ਼ਾਨੇ ਤੇ ਸਾਡੇ ਅੰਦਰ ਹੈ ਨੇ, ਅਸੀਂ ਤਾਂ ਸਿਰਫ ਉਹਨਾਂ ਖਜ਼ਾਨਿਆਂ ਨੂੰ ਵਰਤਣਾ ਹੈ। ਦਿਮਾਗ ਤੇ ਰੱਬ ਨੇ ਸਾਰਿਆਂ ਨੂੰ ਦਿੱਤਾ ਹੈ, ਅਸੀਂ ਤੇ ਇਸ ਦਿਮਾਗ ਦੀ ਸਹੀ ਵਰਤੋਂ ਕਰਨੀ ਹੈ। ਸਹੀ ਵਰਤੋਂ ਕਰੋ ਤਾਂ ਸਾਡੇ ਅੰਦਰ ਵੀ ਖਜ਼ਾਨੇ ਭਰ ਜਾਣਗੇ। ਵਿਣ ਨਾਮੈ ਹੋਰ ਧਨ ਨਾਹੀ, ਹੋਰ ਵਿਖਿਆ ਸਭ ਛਾਰਾ। ਨਾਮ ਦਾ ਮਤਲਬ, ਬੋਲੋ ਤੁਸੀਂ ਇਸੇ ਤਰ੍ਹਾਂ ਮਿਊਟ ਰਹਿੰਦੇ ਆ। ਨਾਮ ਦਾ ਮਤਲਬ ਹੁਕਮ। ਵਿਣ ਨਾਮੈ, ਨਾਮ ਤੋਂ ਬਿਨਾ ਹੋਰ ਧਨ ਨਾਹੀ, ਹੋਰ ਕੋਈ ਧਨ ਨਹੀਂ ਹੈ। ਨਾਮ ਦਾ ਮਤਲਬ ਹੁਕਮ, ਰਜ਼ਾ, ਭਾਣਾ, ਸਿਸਟਮ। ਉਹਦੇ ਤੋਂ ਬਿਨਾ ਹੋਰ ਕੋਈ ਧਨ ਨਹੀਂ। ਕੋਈ ਧਨ ਹੈ ਜਿਹੜਾ ਸਿਸਟਮ ਨੂੰ ਬਦਲ ਸਕਦਾ ਹੋਵੇ। ਹੋਰ ਵਿਖਿਆ ਸਭ ਛਾਰਾ, ਬਾਕੀ ਜਿੰਨੇ ਵੀ ਕਰਮ ਨੇ ਨਾ, ਹੁਕਮ ਰਜ਼ਾ ਵਿੱਚ ਚੱਲਣ ਤੋਂ ਬਿਨਾ ਸਾਰੇ ਮੌਤ ਲਿਆਉਣ ਵਾਲੇ ਜ਼ਹਿਰ ਹੈ, ਔਰ ਸਭ ਸਵਾਹ ਦੇ ਸਮਾਨ ਨੇ, ਬੇਕਾਰ ਨੇ। ਹੁਕਮ ਰਜ਼ਾਈ ਚੱਲਣ ਤੋਂ ਬਿਨਾ ਕੋਈ ਵੀ ਕਰਮ ਕਰੋਗੇ, ਉਹ ਤੁਹਾਨੂੰ ਆਤਮਕ ਮੌਤੇ ਮਾਰਨਗੇ। ਰੱਬੀ ਗੁਣਾ ਤੋਂ ਬਿਨਾ ਜੋ ਵੀ ਕਰਮ ਕਰੋਗੇ, ਆਤਮਕ ਮੌਤੇ ਬੰਦਾ ਮਰੇਗਾ। ਸੱਚ ਨੂੰ ਛੱਡ ਕੇ ਝੂਠ ਬੋਲੋ ਤੇ ਆਤਮਕ ਮੌਤੇ ਮਰੋਗੇ, ਜੀਵਨ ਸਵਾਹ ਹੋ ਜਾਏਗਾ। ਪ੍ਰੇਮ ਨੂੰ ਛੱਡ ਦੋ, ਅੰਦਰ ਜੈਲਸੀ ਪੈਦਾ ਕਰੋ, ਈਰਖਾ ਪੈਦਾ ਕਰੋ। ਜਿਹਦੇ ਅੰਦਰ ਈਰਖਾ ਪੈਦਾ ਹੋਈ, ਇਨਸਾਨੀਅਤ ਮਰ ਜਾਏਗੀ। ਇਨਸਾਨੀਅਤ ਜ਼ਮੀਰ ਅੰਦਰੋਂ ਮਰੇਗੀ ਤੇ ਬੰਦਾ ਨਾਲ ਈਰਖਾ ਕਰੇਗਾ ਨਾ। ਤਾਂ ਗੁਰੂ ਜੀ ਕਹਿੰਦੇ ਨੇ, ਇੱਕ ਰੱਬੀ ਹੁਕਮ ਹੀ ਐਸਾ ਧਨ ਹੈ ਜੋ ਤੁਹਾਨੂੰ ਸੁਖੀ ਔਰ ਸ਼ਾਂਤ ਕਰ ਸਕਦਾ ਹੈ। ਜਿਸ ਧਨ ਰਾਹੀਂ ਤੁਸੀਂ ਧਨਵੰਤ, ਕੁਲਵੰਤ ਔਰ ਪਤਵੰਤ ਹੋ ਸਕਦੇ ਹੋ, ਜਿਸ ਧਨ ਰਾਹੀਂ ਤੁਸੀਂ ਸੁਖੀ ਔਰ ਸ਼ਾਂਤ ਹੋ ਸਕਦੇ ਹੋ। ਜੋ ਹੁਕਮ ਰੂਪ ਧਨ ਤੁਹਾਡੇ ਪਰਿਵਾਰਕ ਜੀਵਨ ਨੂੰ, ਤੁਹਾਡੇ ਆਪਣੇ ਪਰਸਨਲ ਲਾਈਫ ਨੂੰ, ਸ਼ਖਸੀ ਜੀਵਨ ਨੂੰ ਔਰ ਇਸ ਸਮਾਜ ਨੂੰ ਸਵਰਗ ਬਣਾ ਸਕਦਾ ਹੈ। ਹੋਰ ਵਿਖਿਆ ਸਭ ਛਾਰਾ, ਸੱਚ ਨੂੰ ਛੱਡ ਕੇ, ਹੁਕਮ ਔਰ ਰੱਬੀ ਗੁਣਾ ਨੂੰ ਛੱਡ ਕੇ ਬਾਕੀ ਸਭ ਆਤਮਕ ਮੌਤ ਲਿਆਉਣ ਵਾਲੇ ਕਰਮ ਨੇ ਔਰ ਸਵਾਹ ਕਰ ਦੇਣ ਵਾਲੇ ਨੇ, ਸਵਾਹ ਦੀ ਤਰ੍ਹਾਂ ਨੇ। ਜਿੰਨੇ ਵੀ ਆ ਤੁਹਾਡੇ ਜਪ ਤਪ ਨੇ, ਸਮਾਧੀਆਂ ਨੇ, ਦਸਮ ਦੁਆਰ ਵਿੱਚ ਪ੍ਰਾਨ ਚੜਾਣੇ ਨੇ, ਤੀਰਥਾਂ ਤੇ ਨਹਾਉਣਾ, ਵਰਤਨ ਰਾਤੇ ਸਰਾਹ ਦੇ ਰਾਖ ਨੇ, ਬੇਕਾਰ ਨੇ, ਵਿਅਰਥ ਨੇ। ਨਾਨਕ ਆਪ ਕਰਾਏ ਕਰੇ ਆਪ, ਹੁਕਮ ਸਵਾਰਨਹਾਰ। ਪ੍ਰਭੂ ਆਪ ਹੀ ਕਰ ਰਿਹਾ ਹੈ ਔਰ ਆਪ ਹੀ ਕਰਾ ਰਿਹਾ ਹੈ। ਹੁਕਮ ਦੇ ਮੰਮੇ ਨਾਲ ਸਿਹਾਰੀ ਹੈ, ਹੁਕਮ ਦੇ ਰਾਹੀਂ ਸਵਾਰਨ ਵਾਲਾ ਹੈ। ਯਾਨੀ ਹੁਕਮ ਦੇ ਅੰਦਰ ਹੀ ਪੈਦਾ ਕਰ ਰਿਹਾ ਹੈ, ਹੁਕਮ ਦੇ ਅੰਦਰ ਹੀ ਕਰਾ ਰਿਹਾ ਹੈ। ਮੀਨਸ ਕਿ ਸਾਰੀ ਕਾਇਨਾਤ ਹੁਕਮ ਵਿੱਚ ਚੱਲ ਰਹੀ ਹੈ। ਅਸੀਂ ਜਪਜੀ ਸਾਹਿਬ ਵਿੱਚ ਇਹ ਚੀਜ਼ਾਂ ਵਿਚਾਰ ਰਹੇ ਹਾਂ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲੇ ਵਡਿਆਈ। ਹੁਕਮ ਦੇ ਅੰਦਰ ਸੁਖ ਦੁੱਖ, ਹੁਕਮ ਦੇ ਅੰਦਰ ਉਤਪਤੀ, ਲੈਤਾ, ਪਾਲਣਾ ਸਾਰਾ ਸਿਸਟਮ ਵਿੱਚ ਹੋ ਰਿਹਾ ਹੈ। ਇਸ ਲਈ ਹੁਕਮ ਸਵਾਰਨਹਾਰਾ ਉਹ ਮਨੁੱਖ ਦੇ ਜੀਵਨ ਨੂੰ ਹੁਕਮ ਰਾਹੀਂ ਸਵਾਰਦਾ ਹੈ। ਜਿਹਦਾ ਜੀਵਨ ਸਵਾਰਦਾ ਹੈ ਨਾ, ਹੁਕਮ ਦੇ ਰਾਹੀਂ। ਇਸ ਲਈ ਜੇ ਅਸੀਂ ਆਪਣੇ ਜੀਵਨ ਨੂੰ ਸਵਾਰਨਾ ਚਾਹੁੰਦੇ ਹਾਂ, ਪਰਸਨਲ ਲਾਈਫ, ਫੈਮਿਲੀ ਲਾਈਫ ਔਰ ਸੋਸ਼ਲ ਲਾਈਫ, ਸੰਸਾਰ, ਸਮਾਜ, ਤਾਂ ਉਹਦੇ ਵਾਸਤੇ ਹੁਕਮ ਨੂੰ ਫੋਲੋ ਕਰਨਾ ਪਵੇਗਾ। ਹੁਕਮ ਦਾ ਮਤਲਬ ਸਿਸਟਮ, ਆਪਣੇ ਫਰਜ਼ਾਂ ਨੂੰ ਪੂਰੀਆਂ ਕਰਨਾ ਪਵੇਗਾ। ਸੱਚ ਨੂੰ ਆਧਾਰ ਬਣਾ ਕੇ ਮੇਰੇ ਫਰਜ਼ ਕੀ ਨੇ। ਜਿਵੇਂ ਮੈਂ ਹਾਂ, ਜੇ ਮੈਂ ਆਪਣੀ ਪਰਸਨਲ ਗੱਲ ਕਰਾਂ ਤਾਂ ਮੈਂ ਇਕੱਲਾ ਮੋਹਰ ਸਿੰਘ ਨਹੀਂ ਹਾਂ। ਮੋਹਰ ਸਿੰਘ ਤੇ ਮੇਰਾ ਨਾਮ ਹੈ, ਲੇਕਿਨ ਮੈਂ ਕਿਸੇ ਦਾ ਪਿਤਾ ਵੀ ਹਾਂ, ਮੈਂ ਕਿਸੇ ਦਾ ਪੁੱਤਰ ਵੀ ਹਾਂ, ਕਿਸੇ ਦਾ ਪਤੀ ਹਾਂ, ਕਿਸੇ ਦਾ ਭਰਾ ਹਾਂ, ਕਿਸੇ ਦਾ ਦੋਤਰਾ ਹਾਂ ਤੇ ਕਿਸੇ ਦਾ ਨਾਨਾ ਵੀ ਹਾਂ, ਕਿਸੇ ਦਾ ਪੋਤਰਾ ਹਾਂ ਤੇ ਕਿਸੇ ਦਾ ਦਾਦਾ ਵੀ ਹਾਂ, ਕਿਸੇ ਦਾ ਮਿੱਤਰ ਦੋਸਤ ਵੀ ਹਾਂ। ਕਿੰਨੇ ਸਾਰੇ ਮੇਰੇ ਰਿਸ਼ਤੇ ਨੇ ਨਾ, ਮੈਂ ਇਕੱਲਾ ਮੋਹਰ ਸਿੰਘ ਨਹੀਂ ਹਾਂ। ਮੇਰੇ ਨਾਲ ਇਹ ਪੂਰੀ ਦੀ ਪੂਰੀ ਦੁਨੀਆ ਜੁੜੀ ਪਈ ਹੈ। ਤੁਸੀਂ ਮੇਰੇ ਸੱਜਣ ਮਿੱਤਰ ਸੰਗਤਾਂ, ਤੁਸੀਂ ਮੇਰੇ ਨਾਲ ਜੁੜੇ ਹੋ। ਹਵਾ ਪੌਣ ਪਾਣੀ ਮੇਰੇ ਨਾਲ ਜੁੜੇ ਨੇ। ਮੇਰਾ ਸੰਬੰਧ ਪੂਰੀ ਦੁਨੀਆ ਦੇ ਨਾਲ, ਕਣ ਕਣ ਦੇ ਨਾਲ ਹੈ। ਔਰ ਸੱਚ ਨੂੰ ਆਧਾਰ ਬਣਾ ਕੇ ਆਪਣੇ ਫਰਜ਼ਾਂ ਨੂੰ ਪੂਰੇ ਕਰਨਾ ਹੀ ਮੇਰੇ ਜੀਵਨ ਨੂੰ ਸੰਵਾਰ ਸਕਦਾ ਹੈ। ਜੇ ਮੈਂ ਆਪਣੇ ਫਰਜ਼ਾਂ ਨੂੰ ਪੂਰਿਆ ਨਹੀਂ ਕਰਦਾ, ਸਿਸਟਮ ਵਿੱਚ ਰਹਿ ਕੇ,
ਤਾਂ ਫਿਰ ਮੇਰਾ ਜੀਵਨ ਨਹੀਂ ਸੰਵਰੇਗਾ, ਨਾ ਮੇਰੇ ਰਿਸ਼ਤੇ ਸੰਵਰਨਗੇ, ਨਾ ਮੇਰਾ ਪਰਿਵਾਰ ਸੰਵਰੇਗਾ, ਨਾ ਮੇਰੀ ਪਰਸਨਲ ਲਾਈਫ ਸੰਵਰੇਗੀ। ਇਸ ਲਈ ਇੱਕੋ ਹੀ ਚੀਜ਼ ਹੈ ਹੁਕਮ ਸਵਾਰਨ ਹਾਰਾ। ਹੁਕਮ ਰਾਹੀਂ ਮਨੁੱਖ ਦੇ ਜੀਵਨ ਨੂੰ ਸਵਾਰਨ ਵਾਲਾ ਹੈ, ਇਸ ਲਈ ਸਾਨੂੰ ਹੁਕਮ ਨੂੰ ਫੋਲੋ ਕਰਨਾ ਚਾਹੀਦਾ ਹੈ। ਤਾਂ ਅੱਜ ਦੀ ਵਿਚਾਰ ਅਸੀਂ ਇੱਥੇ ਸਮਾਪਤ ਕਰਦੇ ਹਾਂ। ਅੱਜ ਦੀ ਇਸ ਵਿਚਾਰ ਵਿੱਚ ਜੇ ਕਿਸੇ ਵੀਰ ਭੈਣ ਦਾ ਕੋਈ ਸਵਾਲ ਹੈ ਤਾਂ ਉਹ ਸਵਾਲ ਕਰ ਸਕਦਾ ਹੈ। ਜੇ ਕਿਸੇ ਵੀਰ ਭੈਣ ਨੇ ਆਪਣੇ ਵਿਊਜ਼ ਦੇਣੇ ਨੇ ਤਾਂ ਉਹ ਆਪਣੇ ਵਿਊਜ਼ ਦੇ ਸਕਦਾ ਹੈ। ਵੀਰ ਤਰਲੋਚਨ ਸਿੰਘ ਜੀ ਅਨਮਿਊਟ ਹੋ ਗਏ ਨੇ, ਅਗਲੀ ਕਾਰਵਾਈ ਉਹ ਕਰਨਗੇ। ਤੇ ਫੇਸਬੁੱਕ ਤੇ ਜਿਹੜੇ ਮੇਰੇ ਵੀਰ ਔਰ ਭੈਣਾਂ ਸਰਵਣ ਕਰ ਰਹੇ ਨੇ, ਮੈਂ ਆਪ ਸਾਰਿਆਂ ਦਾ ਧੰਨਵਾਦ ਕਰਦਾ ਔਰ ਤਹਿ ਦਿਲੋਂ ਤੁਹਾਡਾ ਸਤਿਕਾਰ ਕਰਦਾ। ਇਸੇ ਤਰ੍ਹਾਂ ਪ੍ਰੇਮ ਬਣਾਈ ਰੱਖਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ